ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਪ੍ਰੋਗਰਾਮ ਦਾ ਨਾਮ ਹੈ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਸੋ ਪੁਨੀਆ ਜੀ ਦਾ ਕਰਦੇ ਹਾਂ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਦੇ ਉੱਤੇ ਪਾਵਾਂਗੇ ਚਾਨਣਾ। ਸਵਾਗਤ ਹੈ ਜੀ। ਜੀ ਸ਼ੁਕਰੀਆ ਭਾਈ ਜੀ। ਜੀ ਸੋ ਪੁਨੀਆ ਜੀ, ਸਭ ਤੋਂ ਪਹਿਲਾਂ ਖਬਰਾਂ ਦਾ ਰੁਖ ਕਰੀਏ ਤਾਂ ਅੱਜ ਕੱਲ ਪਹਿਲੀ ਖਬਰ ਤਾਂ ਅਮਰੀਕਾ ਦੇ ਨਾਲ ਹੀ ਜੁੜੀ ਹੋਈ ਹੁੰਦੀ ਹੈ, ਕਿਉਂਕਿ ਸਰਪੰਚ ਹੋਣ ਦਾ ਜਿਹੜਾ ਉਹਨਾਂ ਦਾ ਦਾਅਵਾ ਹੈ ਉਸ ਨੂੰ ਹਰੇਕ ਵਾਰ ਸਾਬਤ ਕਰਦੇ ਨੇ ਕਿ ਆਏ ਦਿਨ ਨਵੀਂ ਖਬਰ ਦੇ ਨਾਲ ਵਾਹ ਵਾਸਤਾ ਹੋਣਾ ਪੈਂਦਾ ਹੈ। ਸੋ ਪਨਾਮਾ ਦੇ ਵੱਲੋਂ ਇੱਕ ਖਬਰ ਆ ਰਹੀ ਹੈ ਕਿ ਪਨਾਮਾ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੇ ਭਾਰਤੀ ਨੇ ਉਹਨਾਂ ਦਾ ਇੱਕ ਸਮੂਹ ਪਹੁੰਚਿਆ ਉਹਨਾਂ ਦੇ ਦੇਸ਼ ਦੇ ਵਿੱਚ ਤੇ ਅਮਰੀਕਾ ਦੇ ਵੱਲੋਂ ਖਾਸ ਤੌਰ ਤੇ। ਸੋ ਇਹ ਹੁਣ ਆਪਾਂ ਤਿਆਰੀ ਕਰੀਏ ਜੀ ਵੀ ਇੱਕ ਹੋਰ ਜਹਾਜ਼ ਆਉਣ ਜਾ ਰਿਹਾ ਭਾਰਤ ਦੇ ਵਿੱਚ ਫਿਰ? ਹਾਂ, ਮੈਨੂੰ ਲੱਗ ਰਿਹਾ ਕਿ ਇੱਕ ਹੋਰ ਜਿਹੜਾ ਜਹਾਜ਼ ਹੈਗਾ ਉਹ ਭਾਰਤ ਪਰਤੂਗਾ ਤੇ ਇਹ ਜਿਹੜਾ ਇਹ ਪਲੇਨ ਆਊਗਾ ਇਹ ਸ਼ਾਇਦ ਪਨਾਮਾ ਤੋਂ ਆਊਗਾ। ਜੀ ਹਾਂ, ਪਨਾਮਾ ਨੇ ਅੱਜ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਇੰਡੀਆ ਨੂੰ ਕਿ ਤੁਹਾਡੇ ਜਿਹੜੇ 299 ਜਿਹੜੇ ਬੱਚੇ ਨੇ ਉਹ ਸਾਡੇ ਕੋਲ ਨੇ, ਅਸੀਂ ਹੋਟਲਾਂ 'ਚ ਰੱਖੇ ਹੋਏ ਆ, ਉਹਨਾਂ ਦਾ ਖਾਣ ਪੀਣ ਦਾ ਅਸੀਂ ਪ੍ਰਬੰਧ ਕੀਤਾ ਹੋਇਆ ਗਾ ਤੇ ਉਹ ਅਮਰੀਕਾ ਤੋਂ ਕੱਢੇ ਹੋਏ ਨੇ। ਤੇ ਉਹਨਾਂ ਨੇ ਇਹ ਦੱਸਿਆ ਪਨਾਮਾ, ਕੋਸਟਾ-ਰੀਕਾ ਔਰ ਨਿਕਾਰਾਗੁਆ 'ਚ ਜਿਹੜਾ ਇੰਡੀਆ ਦੀ ਜਿਹੜੀ ਐਮਬੈਸੀ ਹੈ ਉਹਨੂੰ ਵੀ ਉਹਨਾਂ ਨੇ ਟੈਗ ਕੀਤਾ ਗਾ ਤੇ ਉਹਨਾਂ ਨੂੰ ਵੀ ਮੈਸੇਜ ਲਾਇਆ ਗਾ ਕਿ ਤੁਹਾਡੇ 299 ਜਿਹੜੇ ਬੱਚੇ ਆ ਉਹ ਸਾਡੇ ਕੋਲ ਨੇ। ਤੇ ਹਾਂ, ਜਿਹੜੇ ਉੱਥੋਂ ਦੇ ਜਿਹੜੇ ਰਾਸ਼ਟਰਪਤੀ ਨੇ ਜੋਸ ਰਾਉਲ ਮੁਲੀਨੋ, ਉਹਨਾਂ ਨੇ 3 ਜਿਹੜੀ ਉਡਾਨਾਂ ਸੀਗੀਆਂ ਉਹ ਪਨਾਮਾ ਪਹੁੰਚੀਆਂ ਹੈਗੀਆਂ। ਉਹਨਾਂ ਨੇ ਸਹਿਮਤੀ ਦਿੱਤੀ ਸੀਗੀ। ਟਰੰਪ ਪ੍ਰਸ਼ਾਸਨ ਨੇ ਇਹ ਯੋਜਨਾ ਬਣਾਈ ਸੀਗੀ ਤੇ ਮੈਨੂੰ ਲੱਗਦਾ ਕਿ ਹੁਣ ਇੰਡੀਆ ਦੀ ਜ਼ਿੰਮੇਵਾਰੀ ਪਊਗੀ। ਹੁਣ ਮੈਨੂੰ ਇੱਕ ਗੱਲ ਇਹ ਵੀ ਲੱਗ ਰਹੀ ਹੈ ਕਿ ਅਮਰੀਕਾ ਹੁਣ ਵਾਪਸ ਇੰਡੀਆ ਪਲੇਨ ਨਹੀਂ ਭੇਜੂਗਾ, ਬਲਕਿ ਉਹ ਏਦਾਂ ਹੀ ਕਰੂਗਾ ਕਿ ਪਨਾਮਾ ਵਿੱਚ ਇਹਨਾਂ ਨੂੰ ਲਾ ਜਾਊਗਾ ਬੱਚਿਆਂ ਨੂੰ ਤੇ ਪਨਾਮਾ ਅੱਗੇ ਇੰਡੀਆ ਨੂੰ ਕਹਿ ਦੂਗਾ ਕਿ ਭਾਈ ਤੁਸੀਂ ਆਪਣੇ ਬੰਦੇ ਲੈ ਕੇ ਜਾਓ। ਮੈਨੂੰ ਲੱਗਦਾ ਕਿ ਇਹ ਚੱਲਣ ਵਾਲਾ ਹੈਗਾ। ਤੇ ਜਿਹੜੇ 3 ਜੱਥੇ ਆਏ ਨੇ ਹਜੇ ਤੱਕ, ਉਹਨਾਂ 'ਚ 332 ਜਿਹੜੇ ਇੰਡੀਅਨ ਹੈਗੇ ਆ ਉਹ ਵਾਪਸ ਆਏ ਨੇ। ਤੇ ਹੁਣ ਜਿਹੜਾ ਇਹ 299 ਨੇ ਹੈਗੇ ਆ, ਇਹਨਾਂ 'ਚ ਸਿਰਫ 171 ਬੰਦਿਆਂ ਨੇ ਆਪਣੇ ਇੰਡੀਆ ਪਰਤਣ ਦੀ ਸਹਿਮਤੀ ਦਿੱਤੀ ਹੈਗੀ ਆ। ਬਾਕੀਆਂ ਨੇ ਕਿਹਾ ਕਿ ਅਸੀਂ ਇੰਡੀਆ ਵਾਪਸ ਨਹੀਂ ਜਾਣਾ ਚਾਹੁੰਦੇ। ਤੇ ਤੁਸੀਂ ਇਹ ਨੰਬਰ ਵੀ ਖਾਸਾ ਵੱਡਾ ਹੈ। ਜੇ ਆਪਾਂ ਕਾਊਂਟ ਕਰਾਂਗੇ ਤੇ ਕਿਤੇ ਨਾ ਕਿਤੇ 120 ਦੇ ਨੇੜੇ ਤੇੜੇ ਬੱਚੇ ਏਦਾਂ ਦੇ ਹੈਗੇ ਆ, ਜਿਹੜੇ 128 ਬੱਚੇ ਏਦਾਂ ਦੇ ਹੈਗੇ ਆ ਜਿਹੜੇ ਕਿ ਇੰਡੀਆ ਵਾਪਸ ਨਹੀਂ ਪਰਤਣਾ ਚਾਹੁੰਦੇ। ਤੇ ਇਹ ਕਿਹਾ ਹੈਗਾ। ਤੇ ਪਨਾਮਾ ਦਾ ਜਿਹੜਾ ਡੇਰੀਅਨ ਜਿਹੜਾ ਸੂਬਾ ਹੈਗਾ ਉੱਥੇ ਇਹਨਾਂ ਨੂੰ ਇੱਕ ਸਿਵਰ 'ਚ ਭੇਜਿਆ ਗਿਆ ਹੈਗਾ। ਜਿਹੜੇ ਬੱਚਿਆਂ ਨੇ 98 ਜਿਹੜੇ ਬੱਚਿਆਂ ਨੇ ਮਨਾ ਕਰਤਾ ਸੀਗਾ ਇੰਡੀਆ ਵਾਪਸ ਆਉਣ ਵਾਸਤੇ, ਤੇ ਉਹਨਾਂ ਨੂੰ ਉਹ ਡੇਰੀਅਨ ਪ੍ਰਾਂਤ 'ਚ ਭੇਜਿਆ ਗਿਆ ਹੈਗਾ। ਇਹ ਖਬਰ ਹੈ ਜੀ ਸਾਰੀ। ਜੀ ਸੋ ਜੇ ਆਪਾਂ ਅਗਲੀ ਖਬਰ ਦਾ ਰੁਖ ਕਰੀਏ, ਸੋ ਇਹ ਤਾਂ ਹੈ ਹੀ, ਜਹਾਜ਼ਾਂ ਦੀ ਲੜੀ ਲਗਾਤਾਰ ਟੁੱਟ ਨਹੀਂ ਰਹੀ। 3 ਜਹਾਜ਼ ਹੁਣ ਤੱਕ ਆ ਚੁੱਕੇ ਨੇ। ਤੁਸੀਂ ਵੀ ਜ਼ਿਕਰ ਕੀਤਾ ਕਿ 372 ਭਾਰਤੀ ਨੌਜਵਾਨ ਜਿਹੜੇ ਨੇ ਉਹ ਪੰਜਾਬ ਦੀ ਧਰਤੀ ਤੇ ਲਾਏ ਗਏ। ਉਸ ਤੋਂ ਬਾਅਦ ਆਪੋ ਆਪਣੇ ਸੂਬੇ 'ਚ ਵਾਪਸ ਉਹ ਪਰਤੇ ਨੇ। ਰਿਜੈਕਸ਼ਨ ਦਾ ਦੌਰ ਲਗਾਤਾਰ ਜਾਰੀ ਹੈ। ਪਰ ਅੱਗੇ ਚੱਲੀਏ ਤਾਂ ਯੂਕਰੇਨ ਰਸ਼ੀਆ ਵਾਰ ਕਿਸੇ ਤੋਂ ਵੀ ਲੁਕੀ ਨਹੀਂ ਹੋਈ। ਬਹੁਤ ਸਾਰਾ ਨੁਕਸਾਨ ਉਸ ਦੇ ਦਰਮਿਆਨ ਹੋਇਆ। ਕਿਸ ਤਰੀਕੇ ਦੇ ਨਾਲ ਲੋਕ ਲੁੱਟੇ ਪੁੱਟੇ ਗਏ ਇਹਨਾਂ ਜੰਗਾਂ ਦੇ ਵਿਚਾਲੇ, ਉਹ ਸਭ ਨੇ ਦੇਖਿਆ। ਸੋ ਪਰ ਹੁਣ ਜਿਹੜੀ ਅਗਲੀ ਖਬਰ ਹੈ ਉਹ ਜ਼ੈਲੈਂਸਕੀ ਨੂੰ ਜਿੰਨੀਆਂ ਨਜ਼ਦੀਕੀਆਂ ਦੇ ਨਾਲ ਦੇਖਿਆ ਜਾ ਰਿਹਾ ਸੀ, ਜ਼ੈਲੈਂਸਕੀ ਦੀਆਂ ਜਿੰਨੀਆਂ ਨਜ਼ਦੀਕੀਆਂ ਸੀ ਅਮਰੀਕੀ ਰਾਸ਼ਟਰਪਤੀਆਂ ਦੇ ਨਾਲ, ਉਹ ਹੁਣ ਖਟਕਦੀ ਜਾ ਰਹੀ ਹੈ। ਤੇ ਹੁਣ ਜਿਹੜਾ ਬਿਆਨ ਹੈ ਖਾਸ ਤੌਰ ਤੇ ਟਰੰਪ ਹੁਣਾਂ ਦਾ, ਉਹ ਬੇਸ਼ੱਕ ਬਹੁਤ ਹੀ ਚਿੰਤਾਜਨਕ ਵੀ ਹੈ ਤੇ ਕਈ ਤਰ੍ਹਾਂ ਦੇ ਨਵੇਂ ਸਮੀਕਰਨ ਵੀ ਪੈਦਾ ਕਰਦਾ ਹੈ। ਉਹਨਾਂ ਨੇ ਤਾਨਾਸ਼ਾਹ ਸ਼ਬਦ ਜਿਹੜਾ ਵਰਤਿਆ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ ਜ਼ੈਲੈਂਸਕੀ ਦੇ ਲਈ? ਦੇਖੋ, ਜ਼ੈਲੈਂਸਕੀ ਜਿਸ ਕਿਸਮ ਦੀਆਂ ਹਰਕਤਾਂ ਕਰਦਾ ਹੈਗਾ, ਮੈਨੂੰ ਲੱਗਦਾ ਕਿ ਟਰੰਪ ਹੋਣਾ ਨੇ ਸਹੀ ਸਟੇਟਮੈਂਟ ਦਿੱਤੀ ਹੈ। ਮੈਂ ਟਰੰਪ ਦੀ ਜਿਹੜੀ ਇਹ ਸਟੇਟਮੈਂਟ ਹੈਗੀ ਆ ਇਹਦੇ ਨਾਲ ਸਹਿਮਤ ਹਾਂ।
ਤੇ ਜੀ ਟਰੰਪ ਹੋਣਾ ਦੀ ਜਿਹੜੀ ਟਰੰਪ ਹੋਣਾ ਦੀ ਪੋਲੀਟੀਕਲ ਪੋਜੀਸ਼ਨ, ਤੁਸੀਂ ਇਹਨਾਂ ਨੂੰ ਇਸ ਪੋਜੀਸ਼ਨ ਨੂੰ ਸਮਝਣਾ ਚਾਹੀਦਾ। ਉਹ ਚਾਹ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਜਿਹੜਾ ਯੂਕਰੇਨ ਯੁੱਧ ਦੇ ਵਿੱਚ ਵੜਿਆਗਾ, ਇਹਦੇ ਚ ਜਿੰਨਾ ਉਹਨੂੰ ਨੁਕਸਾਨ ਠਾਇਆਗਾ ਉਹ ਜ਼ੈਲੈਂਸਕੀ ਕਰਕੇ ਹੈਗਾ, ਤੇ ਯੂਕਰੇਨ ਦੇ ਵਿੱਚ ਨਵੇਂ ਸਿਰੇ ਤੋਂ ਚੋਣ ਹੋਣੇ ਚਾਹੀਦੇ। ਇਹ ਟਰੰਪ ਹੁਣੀ ਕਹਿ ਰਹੇ ਨੇ, ਇਹ ਉਹਨਾਂ ਦੀ ਪੋਲੀਟੀਕਲ ਪੋਜੀਸ਼ਨ ਹੈ। ਮੈਨੂੰ ਲੱਗਦਾ ਕਿ ਜਮਾ ਸਹੀ ਪੋਲੀਟੀਕਲ ਪੋਜੀਸ਼ਨ ਹੈ। ਜ਼ੈਲੈਂਸਕੀ ਨੂੰ ਮਤਲਬ ਜੀਓ ਪੋਲਿਟਿਕਸ ਦਾ ਕੁਝ ਨਹੀਂ ਪਤਾ। ਉਹਨੂੰ ਜਿਹੜੇ ਯੂਰੋਪੀਅਨ ਯੂਨੀਅਨ ਦੇ ਕੁਝ ਮੁਲਕ ਸੀਗੇ, ਜਾਂ ਫਿਰ ਨੈਟੋ ਦੇ ਲਾ ਲਈਏ, ਨੈਟੋ ਦੇ ਕੁਝ ਮੁਲਕ ਉਹਨੂੰ ਅੱਗੇ ਭੜਕਾ ਰਹੇ ਸੀਗੇ ਰਸੀਆ ਪ੍ਰਤੀ, ਤੇ ਉਹ ਅੱਗੇ ਕਾਰਵਾਈਆਂ ਕਰ ਰਿਹਾ ਸੀਗਾ। ਬਾਈਡਨ ਦੇ ਤੁਸੀਂ ਬਾਈਡਨ ਦਾ ਜਿਹੜਾ ਕਾਰਜਕਾਲ ਸੀ ਉਹਦੇ ਤੁਸੀਂ ਆਖਰੀ ਦਿਨ ਦੇਖੋ, ਬਾਈਡਨ ਨੇ ਖਾਸੀ ਮਦਦ ਜ਼ੈਲੈਂਸਕੀ ਨੂੰ ਕੀਤੀ ਹੈਗੀ ਆ। ਜ਼ੈਲੈਂਸਕੀ ਨੂੰ ਜਿਹੜੀ ਏਦਾਂ ਦੀ ਮਿਸਾਈਲਾਂ ਵੀ ਦਿੱਤੀਆਂ ਜਿਹੜੇ ਕਿ ਦੂਰ ਤੱਕ ਮਾਰ ਕਰਦੀਆਂ ਨੇ। ਉਹਨਾਂ ਨੇ ਫਿਰ ਜਿਹੜੇ ਰਸੀਆ ਤੇ ਉੱਤੇ ਅਟੈਕ ਵੀ ਕੀਤਾ, ਰਸੀਆ ਨੇ ਮੁੜ ਕੇ ਦੁਬਾਰੇ ਯੂਕਰੇਨ ਤੇ ਅਟੈਕ ਕੀਤਾ। ਤੇ ਮੈਨੂੰ ਲੱਗਦਾ ਕਿ ਜਿਹੜਾ ਟਰੰਪ ਹੋਣਾ ਦੀ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਪੋਜੀਸ਼ਨ ਰਹੀ ਹੈ ਕਿ ਜੇ ਮੈਂ ਹੁੰਦਾ ਤਾਂ ਪਹਿਲੇ ਦਿਨ ਹੀ ਯੂਕਰੇਨ ਅਤੇ ਰਸੀਆ ਦਾ ਯੁੱਧ ਸੀਗਾ ਉਹ ਮੈਂ ਰੁਕਵਾ ਦੇਣਾ ਸੀਗਾ। ਉਹਨਾਂ ਦੀ ਇਹ ਪੋਜੀਸ਼ਨ ਰਹੀ ਹੈ ਕਿ ਰਸੀਆ ਤੇ ਯੂਕਰੇਨ ਨੂੰ ਨਹੀਂ ਲੜਨਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਉਸੇ ਚ ਕਿਤੇ ਨਾ ਕਿਤੇ ਅੱਗੇ ਵਧਣਗੇ, ਤੇ ਉਹ ਕੋਸ਼ਿਸ਼ ਕਰ ਰਹੇ ਸੀ ਜ਼ੈਲੈਂਸਕੀ ਉਹਨਾਂ ਨੂੰ ਸਮਝਾ ਲੈਣ। ਪਰ ਜ਼ੈਲੈਂਸਕੀ ਜਿਸ ਹਿਸਾਬ ਨਾਲ ਥੋੜਾ ਆਪਣੇ ਆਪ ਨੂੰ ਘੈਂਟ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਉਸ ਤੇ ਹੀ ਮੰਨਿਆ ਜਾ ਰਿਹਾ। ਤੇ ਹੁਣ ਮੈਨੂੰ ਲੱਗਦਾ ਕਿ ਅਮਰੀਕਾ ਜ਼ੈਲੈਂਸਕੀ ਦਾ ਸਾਥ ਨਹੀਂ ਦਊਗਾ, ਉੱਥੇ ਮੁੜ ਦੁਬਾਰੇ ਤੋਂ ਚੋਣ ਹੋਣਗੇ, ਔਰ ਜ਼ੈਲੈਂਸਕੀ ਨੂੰ ਕਿਤੇ ਨਾ ਕਿਤੇ ਹਾਰ ਦਾ ਮੂੰਹ ਵੀ ਦੇਖਣਾ ਪੈ ਸਕਦਾ ਗਾ। ਇਹ ਮੇਰਾ ਮੋਟਾ ਆਈਡੀਆ ਗਾ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ। ਉਹਦੇ ਚ ਬੇਸਿਕਲੀ ਸਾਊਦੀ ਅਰਬ ਇੱਕ ਪਾਰਟੀ ਸੀਗੀ, ਅਮਰੀਕਾ ਇੱਕ ਪਾਰਟੀ ਸੀਗੀ, ਰੂਸ ਇੱਕ ਪਾਰਟੀ ਸੀਗੀ, ਜਿਹੜੇ ਕਿ ਯੂਕਰੇਨ ਦੇ ਨਾਲ ਯੂਕਰੇਨ ਵੀ ਪਾਰਟੀ ਸੀਗੀ, ਕਿ ਇਹ ਸਾਰੇ ਬੈਠੇ ਸੀਗੇ ਕਿ ਇਹਦੇ ਚ ਕੁਝ ਕੀਤਾ ਜਾਵੇ। ਤੇ ਜਦੋਂ ਗੱਲਬਾਤ ਸ਼ੁਰੂ ਹੋਈ ਤੇ ਜ਼ੈਲੈਂਸਕੀ ਨੇ ਅਮਰੀਕਾ ਦੇ ਉਲਟ ਇੱਕ ਸਟੈਂਡ ਲੈ ਲਿਆ ਸੀਗਾ। ਉਸ ਤੋਂ ਬਾਅਦ ਇਹ ਚੀਜ਼ਾਂ ਖਰਾਬ ਹੋਈਆਂ। ਮੈਨੂੰ ਲੱਗਦਾ ਕਿ ਇਹ ਮੋਟਾ ਲੋਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿੱਥੋਂ ਗੱਲ ਵਿਗੜੀ ਹੈਗੀ ਆ, ਤੇ ਉੱਥੋਂ ਗੱਲ ਵਿਗੜੀ ਹੈਗੀ ਆ, ਉਸ ਤੋਂ ਬਾਅਦ ਇਹ ਹੁਣ ਖਿੱਚੀ ਰਹੀ ਹੈ ਅੱਗੇ। ਜੀ, ਸੋ ਲਗਾਤਾਰ ਗੱਲ ਤਾਂ ਖਿੱਚ ਰਹੀ ਹੈ, ਪਰ ਕਿਸ ਤੜ ਪਤਨ ਲੱਗਦੀ ਹੈ ਇਹ ਵੀ ਬਹੁਤ ਜ਼ਰੂਰੀ ਹੈ। ਤੜ ਪਤਨ ਲੱਗਣੀ ਵੀ ਚਾਹੀਦੀ ਹੈ ਗੱਲ, ਕਿਉਂਕਿ ਆਮ ਲੋਕ ਇਸ ਦੇ ਵਿਚਾਲੇ ਪਿਸ ਰਹੇ ਨੇ। ਅੱਗੇ ਚੱਲਦੇ ਹਾਂ, ਗੱਲ ਰੁੱਖ ਦਿੱਲੀ ਦਾ ਕਰਦੇ ਹਾਂ। ਦਿੱਲੀ ਦੇ ਵਿੱਚ ਅੱਜ ਆਖਿਰਕਾਰ ਦੁਲਹਾ ਲੱਭ ਗਿਆ ਹੈ। ਦੁਲਹਾ ਬੇਸ਼ੱਕ ਲੜਕੀ ਦੇ ਰੂਪ ਚ ਲੱਭਿਆ ਹੈ ਉਹਨਾਂ ਨੂੰ, ਤੇ ਰੇਖਾ ਗੁਪਤਾ ਹੁਣੀ ਸਹੁੰ ਚੱਕ ਲਈ ਹੈ। ਹੋਰ ਕਿਹਨੇ ਨਾਲ ਸਹੁੰ ਚੱਕੀ ਹੈ, ਤੇ ਇਸ ਦੇ ਨਾਲ ਕੀ ਜ਼ਿੰਮੇਵਾਰੀਆਂ ਤੇ ਕੌਣ ਉੱਥੇ ਮੌਜੂਦ ਰਿਹਾ, ਇਹਦਾ ਜ਼ਰੂਰ ਚਾਨਣਾ ਪਾਇਓ। ਦੇਖੋ, ਬੇਸਿਕਲੀ ਰੇਖਾ ਗੁਪਤਾ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਸੀ। ਸਾਡੇ ਪੱਤਰਕਾਰਾਂ ਦੇ ਗਰੁੱਪ 'ਚ ਵੀ ਮੈਂ ਪਿਛਲੇ 2-3 ਦਿਨਾਂ ਤੋਂ ਦੱਸ ਰਿਹਾ ਸੀ, ਪਰ ਮੈਂ ਸਹਿਮਤ ਨਹੀਂ ਸੀਗਾ। ਮੈਨੂੰ ਲੱਗ ਰਿਹਾ ਸੀਗਾ ਕਿ ਰੇਖਾ ਗੁਪਤਾ ਮਨਦੀਪ ਜੀ ਇੱਥੇ ਮੈਂ ਜ਼ਰੂਰ ਟੋਕੂੰਗਾ ਤੁਹਾਨੂੰ। ਤੁਸੀਂ ਵੀ ਲਗਾਤਾਰ ਜ਼ਿਕਰ ਕਰ ਰਹੇ ਸੀ, ਤੁਸੀਂ ਦੱਸ ਰਹੇ ਸੀ ਕਿ ਤੁਹਾਨੂੰ ਮੀਡੀਆ ਵਾਲਿਆਂ ਨੂੰ ਕਾਲ ਕਰ ਕਰਕੇ ਜਾਂ ਮੈਸੇਜ ਕਰ ਕਰਕੇ ਲਗਾਤਾਰ ਰੇਖਾ ਗੁਪਤਾ ਤੇ ਗੱਲ ਕਰਨ ਲਈ ਪ੍ਰੇਰਿਆ ਜਾ ਰਿਹਾ ਸੀ ਕਿ ਇਹਨਾਂ ਤੇ ਗੱਲ ਕਰੋ, ਕਿ ਇਹਨਾਂ ਨੂੰ ਆਪਾਂ ਮੁੱਖ ਮੰਤਰੀ ਬਣਾਉਣ ਜਾ ਰਹੇ ਹਾਂ ਕਿਹਾ ਜਾ ਰਿਹਾ ਸੀਗਾ, ਪਰ ਮੈਂ ਨਹੀਂ ਮੰਨ ਰਿਹਾ ਸੀਗਾ। ਮੈਨੂੰ ਲੱਗ ਰਿਹਾ ਸੀਗਾ ਕਿ ਇਹ ਬੀਜੇਪੀ ਆਰਐਸਐਸ ਵਾਲੇ ਜਿਹਦਾ ਨਾਂ ਅੱਗੇ ਕਰਦੇ ਨੇ ਉਹਦੀ ਹਵਾ ਕੱਢਣ ਵਾਸਤੇ ਕਰਦੇ ਨੇ, ਮੈਨੂੰ ਤਾਂ ਐਂ ਲੱਗ ਰਿਹਾ ਸੀਗਾ। ਪਰ ਇਹਨਾਂ ਨੇ ਰੇਖਾ ਗੁਪਤਾ ਨੂੰ ਹੀ ਸੀਐਮ ਬਣਾ ਦਿੱਤਾ ਹੈਗਾ। ਰੇਖਾ ਗੁਪਤਾ ਜਿੰਨੀ ਡਾਰਕ ਕਾਮੇਡੀ ਕਰਦੀ ਰਹੀ ਹੈ ਉਸ ਬਾਰੇ ਵੀ ਆਪਾਂ ਗੱਲ ਕਰਾਂਗੇ। ਤੁਸੀਂ ਸ਼ਾਮ ਨੂੰ ਜਦੋਂ ਮੁੱਖ ਮੰਤਰੀ ਬਣ ਗਏ ਸੀਗੇ, ਉਹਨਾਂ ਦਾ ਨਾਮ ਅਨਾਉਂਸ ਹੋ ਗਿਆ ਸੀ, ਉਦੋਂ ਤੁਸੀਂ ਮੈਨੂੰ WhatsApp ਤੇ ਉਹਨਾਂ ਦੇ ਸਕਰੀਨਸ਼ਾਟ ਭੇਜ ਰਹੇ ਸੀ, ਮੈਂ ਵੀ ਦੇਖ ਰਿਹਾ ਸੀ। ਆਰਕਾਈਵ 'ਚ ਜਾ ਕੇ ਵੀ ਮੈਂ ਉਹਨਾਂ ਦੇ ਟਵਿੱਟਰ ਤੇ ਜਿਹੜੇ ਉਹਨਾਂ ਨੇ ਟਵੀਟ ਕੀਤੇ ਸੀਗੇ ਉਹ ਟਵੀਟ ਦੇਖੇ, ਤੇ ਅਜੀਬ ਲੱਗਿਆ ਕਿ ਬੀਜੇਪੀ ਵਾਲੇ ਏਦਾਂ ਦੇ ਬੰਦਿਆਂ ਨੂੰ ਸੀਐਮ ਬਣਾਉਂਦੇ ਨੇ ਜਿਹੜੇ ਕਿ ਮਤਲਬ ਬੇਸਿਕ ਇੱਕ ਆਈਟੀ ਸੈੱਲ ਵਰਕਰ ਹੁੰਦਾ, ਉਹਦੀ ਜ਼ੁਬਾਨ ਦੇ ਵਿੱਚ ਤੇ ਰੇਖਾ ਗੁਪਤਾ ਦੀ ਜ਼ੁਬਾਨ ਦੇ ਵਿੱਚ ਕੋਈ ਅੰਤਰ ਨਹੀਂ ਸੀਗਾ। ਤੇ ਸਮੇਂ ਰਹਿਣਾ ਤੇ ਇਹ ਰਣਵੀਰ ਇਲਾਹਾਬਾਦੀ ਵਾਲਾ ਜਿਹੜਾ ਮਾਮਲਾ ਚੱਲਿਆ ਹੋਇਆ ਹੈ, ਤੇ ਏਦਾਂ ਦੇ ਹੀ ਕਮੈਂਟ ਕੇਜਰੀਵਾਲ ਤੇ ਮੈਡਮ ਹੋਣਾ ਨੇ ਵੀ ਕੀਤੇ ਹੋਏ ਸੀ, ਰੇਖਾ ਗੁਪਤਾ ਹੋਣਾ ਨੇ ਵੀ। ਮੈਨੂੰ ਲੱਗਦਾ ਕਿ ਇਹ ਕੁਆਲਿਟੀ ਦੇਖੀ ਗਈ ਹੈਗੀ ਆ ਉਹਨਾਂ ਦੀ, ਕਿ ਇੱਕ ਤਾਂ ਉਹ ਮਾਸ ਲੀਡਰ ਵੀ ਨਹੀਂ ਹੈ, ਤੇ ਉਹ ਕੁਝ ਵੀ ਬੋਲ ਦਿੰਦੇ ਨੇ। ਜੇਐਨਯੂ ਦੇ ਖਿਲਾਫ ਉਹਨਾਂ ਦੀ ਉਹ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਹਦੇ 'ਚ ਉਹ ਗਾਲਾਂ ਕੱਢ ਰਹੇ ਸੀ ਜੇਐਨਯੂ ਨੂੰ। ਤੇ ਇਹ ਸਮਝ ਆ ਰਿਹਾ ਕਿ ਬੇਸਿਕਲੀ ਜਿਹੜੇ ਜਿਸ ਪੋਲੀਟੀਕਲ ਆਈਡੀਆ ਤੇ ਆਪਾਂ ਗੱਲ ਕਰ ਰਹੇ ਸੀ ਕੱਲ ਵੀ ਤੇ 1-2 ਦਿਨ ਪਹਿਲਾਂ ਵੀ, ਕਿ ਬੀਜੇਪੀ ਵਾਲੇ ਏਦਾਂ ਦੇ ਬੰਦਿਆਂ ਨੂੰ ਹੀ ਚੀਫ ਮਿਨਿਸਟਰ ਲਾਉਂਦੇ ਨੇ, ਖਾਸ ਕਰ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਜਿਨ੍ਹਾਂ ਦੀ ਕੋਈ ਲਾਇਬਿਲਿਟੀ ਨਾ ਹੋਵੇ ਜਨਤਾ ਪ੍ਰਤੀ, ਜਿਹੜਾ ਮਾਸ ਲੀਡਰ ਨਾ ਹੋਣ,
ਜਿਨ੍ਹਾਂ ਦਾ ਜਨਤਾ ਨਾਲ ਕੋਈ ਸੰਪਰਕ ਨਾ ਹੋਵੇ, ਜਿਹੜੇ ਗਾਲੀਬਾਜ਼ ਹੋਣ ਬੇਸਿਕਲੀ। ਜੇ ਰਮੇਸ਼ ਬਿਧੂੜੀ ਜਿੱਤ ਜਾਂਦੇ, ਮੈਨੂੰ ਲੱਗਦਾ ਕਿ ਉਹਨਾਂ ਨੂੰ ਵੀ ਸੀਐਮ ਨਹੀਂ ਬਣਾਇਆ ਜਾਣਾ ਸੀ, ਕਿਉਂਕਿ ਗੁੱਜਰ ਸਮਾਜ ਕਹਿ ਰਿਹਾ ਕਿ ਜੇ ਰਮੇਸ਼ ਬਿਧੂੜੀ ਜਿੱਤ ਜਾਂਦਾ ਤਾਂ ਉਹਨੂੰ ਸੀਐਮ ਬਣਾਇਆ ਜਾਣਾ ਸੀ, ਕਿਉਂਕਿ ਉਹ ਵੀ ਗਾਲੀ ਗਲੋਚ ਕਰਦਾ ਰਹਿੰਦਾ ਹੈ ਨਾ। ਉਹ ਜੀ ਇੱਕ ਕੈਟਾਗਰੀ 'ਚ ਕੁਆਲੀਫਾਈ ਨਹੀਂ ਹੁੰਦਾ। ਇੱਕ ਤਾਂ ਉਹ ਆਪ ਮਾਸ ਲੀਡਰ ਹੈਗਾ, ਤੇ ਬੀਜੇਪੀ ਨੂੰ ਜੀ ਮਾਸ ਲੀਡਰ ਨਹੀਂ ਚਾਹੀਦਾ, ਕਿਉਂਕਿ ਜੀ ਮਾਸ ਜਿਨ੍ਹਾਂ ਦੀ ਲੀਡਰ ਲੋਕਾਂ ਪ੍ਰਤੀ ਇੱਕ ਤਰ੍ਹਾਂ ਦੀ ਕ੍ਰੈਡੀਬਿਲਿਟੀ ਬਣੀ ਹੋਈ ਹੈ, ਉਹ ਪਸੰਦ ਨਹੀਂ, ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕੱਲ ਵੀ ਆਪਾਂ। ਹਾਂ, ਤੇ ਅੱਜ ਦਿੱਲੀ ਦੇ ਵਿੱਚ ਜਿਹੜਾ ਸ਼ਪਥ ਗ੍ਰਹਿਣ ਸਮਾਰੋਹ ਵੀ ਹੋ ਗਿਆ ਹੈਗਾ, ਉਹਨਾਂ ਨੇ ਸੈਕਟਰੀਏਟ ਵੀ ਜੁਆਇਨ ਕਰ ਲਿਆ ਹੈਗਾ। ਉਹਨਾਂ ਦੇ ਨਾਲ 6 ਮੰਤਰੀਆਂ ਨੇ ਸਹੁੰ ਚੁੱਕੀ ਹੈਗੀ ਆ। ਉਹਦੇ 'ਚ ਪ੍ਰਵੇਸ਼ ਵਰਮਾ ਨੇ ਵੀ ਸਹੁੰ ਚੁੱਕੀ ਹੈ, ਦੂਜੇ ਨੰਬਰ ਤੇ ਆਸ਼ੀਸ਼ ਸੂਦ ਨੇ ਚੁੱਕੀ ਹੈਗੀ ਆ, ਮਨਜਿੰਦਰ ਸਰਸਾ ਨੇ, ਰਵਿੰਦਰ ਇੰਦਰਾਜ ਸਿੰਘ ਨੇ, ਕਪਿਲ ਮਿਸ਼ਰਾ ਨੇ, ਪੰਕਜ ਕੁਮਾਰ ਨੇ, ਇਹਨਾਂ ਨੇ ਸਹੁੰ ਚੁੱਕੀ ਹੈਗੀ ਆ। ਪ੍ਰਵੇਸ਼ ਵਰਮਾ ਦੇ ਨਾਂ ਤੇ ਸਹਿਮਤੀ ਬਣਦੀ ਲੱਗ ਰਹੀ ਹੈ, ਉਹਨਾਂ ਨੂੰ ਡਿਪਟੀ ਸੀਐਮ ਬਣਾਇਆ ਜਾਊਗਾ, ਡਿਪਟੀ ਚੀਫ ਮਿਨਿਸਟਰ ਬਣਾਇਆ ਜਾਊਗਾ। ਤੇ ਮਨਜਿੰਦਰ ਸਿਰਸਾ ਨੂੰ ਵੀ ਅਹਿਮ ਮੰਤਰਾਲੇ ਦਿੱਤੇ ਜਾ ਸਕਦੇ ਨੇ। ਇਹ ਮੋਟਾ ਸੁਣਨ ਚ ਆ ਰਿਹਾ ਹੈ। ਤੇ ਜਿਹੜਾ ਸਿੱਖਿਆ ਦਾ ਵਿਭਾਗ ਹੈ, ਉਹ ਇਹਨੂੰ ਪ੍ਰਵੇਸ਼ ਵਰਮਾ ਨੂੰ ਦਿੱਤਾ ਜਾਊਗਾ। ਟਰਾਂਸਪੋਰਟ ਦਾ ਵੀ ਜਿਹੜਾ ਡਿਪਾਰਟਮੈਂਟ ਹੈ, ਉਹ ਵੀ ਪ੍ਰਵੇਸ਼ ਵਰਮਾ ਨੂੰ ਦਿੱਤਾ ਜਾਊਗਾ। ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਤੇ ਜਿਹੜਾ ਹੋਮ ਮਿਨਿਸਟਰੀ ਹੈ, ਉਹ ਰੇਖਾ ਗੁਪਤਾ ਕੋਲ ਹੀ ਰੱਖੇ ਜਾਣਗੇ। ਮੋਟਾ ਨਿਕਲ ਕੇ ਆ ਰਹੀ ਹੈ। ਇੱਕ ਅੱਧੀ ਜਿਹੜੀ ਬਚ ਗਈ ਸੋਸ਼ਲ ਵੈਲਫੇਅਰ ਜਾਂ ਫਿਰ ਕਹਿ ਲਈਏ ਮਾਈਨੋਰਿਟੀ ਡਿਪਾਰਟਮੈਂਟ, ਸੋਸ਼ਲ ਵੈਲਫੇਅਰ ਡਿਪਾਰਟਮੈਂਟ, ਇਹ ਮਨਜਿੰਦਰ ਸਰਸਾ ਨੂੰ ਦਿੱਤੇ ਜਾ ਸਕਦੇ ਨੇ। ਇਹ ਕਿਤੇ ਨਾ ਕਿਤੇ ਨਿਕਲ ਕੇ ਆ ਰਿਹਾ ਹੈ। ਤੇ ਸਭ ਤੋਂ ਪਹਿਲੀ ਸਟੇਟਮੈਂਟ ਉਹਨਾਂ ਦੀ ਰੇਖਾ ਗੁਪਤਾ ਦੀ ਇਹ ਆਈ ਕਿ ਮੈਂ ਸ਼ੀਸ਼ ਮਹਿਲ 'ਚ ਨਹੀਂ ਰਹਾਂਗੀ, ਤੇ ਇੱਕ ਸ਼ੀਸ਼ ਮਹਿਲ ਬੀਜੇਪੀ ਨੇ ਇਸ਼ੂ ਬਣਾਇਆ ਸੀਗਾ। ਦੂਜਾ ਫਿਰ ਸਾਰੀ ਕੈਬਨਿਟ ਨੂੰ ਲੈ ਕੇ ਉਹ ਯਮੁਨਾ ਦੇ ਕੰਢੇ ਵੀ ਗਏ, ਤੇ ਯਮੁਨਾ ਦੇ ਵਿੱਚ ਉਹਨਾਂ ਨੇ ਉਹ ਯਮੁਨਾ ਦੀ ਆਰਤੀ ਵੀ ਤਾਰੀ। ਇਹ ਮੋਟਾ ਹੈਗਾ। ਦੇਖੋ, ਕੱਲ ਵੀ ਮੈਂ ਜਦੋਂ ਉਹਨਾਂ ਦਾ ਨਾਮ ਅਨਾਉਂਸ ਹੋ ਗਿਆ ਸੀ, ਉਸ ਤੋਂ ਬਾਅਦ ਇੱਕ ਐਨਾਲਿਸਿਸ ਪਾਇਆ ਸੀਗਾ ਟਵਿੱਟਰ ਤੇ। ਬੇਸਿਕਲੀ ਅਰਵਿੰਦ ਕੇਜਰੀਵਾਲ ਬਣੀਆਂ ਸੀਗੇ, ਤੇ ਰੇਖਾ ਗੁਪਤਾ ਮੈਡਮ ਵੀ ਬਣੀਆਂ ਨੇ। ਬੀਜੇਪੀ ਨੇ ਬਣੀਆਂ ਕਮਿਊਨਿਟੀ ਦੇ ਸਭ ਤੋਂ ਵੱਡੇ ਆਗੂ ਨੂੰ ਹਰਾਇਆ ਸੀਗਾ ਦਿੱਲੀ ਦੇ ਵਿੱਚ। ਅਰਵਿੰਦ ਕੇਜਰੀਵਾਲ ਨੂੰ ਬਣੀਆਂ ਕਮਿਊਨਿਟੀ ਸਭ ਤੋਂ ਵੱਡਾ ਆਗੂ ਮੰਨਦੀ ਹੈਗੀ ਪੂਰੇ ਮੁਲਕ ਭਰ 'ਚ ਆਪਣੀ ਕਮਿਊਨਿਟੀ ਦਾ। ਤੇ ਉਹਦੀ ਰਿਪਲੇਸਮੈਂਟ ਉਹਨਾਂ ਨੇ ਫਿਰ ਬਣੀਆਂ ਕਮਿਊਨਿਟੀ ਤੋਂ ਹੀ ਕੀਤੀ। ਦੂਜਾ, ਜਿੰਨੇ ਵੀ ਸੂਬੇ ਹੈਗੇ ਆ ਬੀਜੇਪੀ ਦੇ, ਜਿਨ੍ਹਾਂ 'ਚ ਉਹਨਾਂ ਦੇ ਚੀਫ ਮਿਨਿਸਟਰ ਹੈਗੇ ਆ, ਕੋਈ ਵੀ ਔਰਤ ਨਹੀਂ ਸੀ। ਤੇ 19 ਸੂਬੇ ਬਣਦੇ ਨੇ ਇੰਡੀਆ 'ਚ ਜਿੱਥੇ ਬੀਜੇਪੀ ਦੀ ਸਰਕਾਰ ਹੈਗੀ ਆ। 19 ਦੇ 19 ਸੂਬਿਆਂ 'ਚ ਮਰਦ ਚੀਫ ਮਿਨਿਸਟਰ ਸੀਗੇ, ਤੇ ਉਹਨਾਂ ਨੇ ਉਹ ਮਹਿਲਾ ਮੁੱਖ ਮੰਤਰੀ ਦਾ ਵੀ ਖਾਨਾ ਪੂਰਾ ਕੀਤਾ ਹੈਗਾ। ਤੇ ਤੀਜਾ, ਉਹਨਾਂ ਨੇ ਆਰਐਸਐਸ ਦੇ ਫੈਸਲੇ ਤੇ ਮੋਹਰ ਲਾਈ ਹੈਗੀ ਆ। ਆਰਐਸਐਸ ਦੀ ਵਰਕਰ ਰਹੀ ਹੈ, ਤੇ ਉਹਦੀ ਮਾਸ ਲੀਡਰ ਵੀ ਨਹੀਂ ਹੈ, ਤੇ ਜਿਹੜਾ ਨਰਿੰਦਰ ਮੋਦੀ ਔਰ ਉਹਨਾਂ ਦੇ ਜਿਹੜੇ ਸਪੈਕਟਰਮ 'ਚ ਵੀ ਉਹ ਫਿੱਟ ਬੈਠਦੀ ਸੀ। ਇਹ 3 ਮੇਨ ਫੈਕਟਰ ਸੀਗੇ ਉਹਨਾਂ ਨੂੰ ਸੀਐਮ ਬਣਾਏ ਜਾਣ ਲਈ। ਤੇ ਉਹਨਾਂ ਨੇ ਅੱਜ ਜਮਨਾ ਦੇ ਕੰਢੇ ਜਾ ਕੇ ਆਰਤੀ ਕੀਤੀ ਹੈਗੀ ਆ। 6 ਦੇ 6 ਉਹਨਾਂ ਦੇ ਮੰਤਰੀ ਸੀਗੇ, ਸਾਰੇ ਵਿਧਾਇਕ ਸੀਗੇ। ਤੇ ਮਤਲਬ ਇੱਕ ਹਿਸਾਬ ਨਾਲ ਜਿਹੜੇ ਓਪਟਿਕਸ ਦੀ ਪੋਲਿਟਿਕਸ ਹੈ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੀ ਹੈਗੀ ਆ। ਜਿਵੇਂ ਚੋਣਾਂ ਦੌਰਾਨ ਸ਼ੀਸ਼ ਮਹਿਲ ਦਾ ਮੁੱਦਾ ਸੀਗਾ, ਤੇ ਉਹਨਾਂ ਨੇ ਪਹਿਲੀ ਸਟੇਟਮੈਂਟ ਇਹ ਦੇਈ ਕਿ ਮੈਂ ਸ਼ੀਸ਼ ਮਹਿਲ 'ਚ ਨਹੀਂ ਰਵਾਂਗੀ। ਦੂਜਾ, ਜਮਨਾ ਦੀ ਸਫਾਈ ਦਾ ਮੁੱਦਾ ਸੀਗਾ, ਤੇ ਅੱਜ ਉਹਨਾਂ ਨੇ ਜਮਨਾ ਦੀ ਆਰਤੀ ਕਰਕੇ ਉਹ ਕੀਤਾ ਹੈਗਾ, ਉਹਦੀ ਸ਼ੁਰੂਆਤ ਕੀਤੀ ਹੈਗੀ। ਜਦਕਿ ਜਮਨਾ ਜਿਹੜੀ ਇਲਾਹਾਬਾਦ 'ਚ ਜਾ ਕੇ, ਜਿੱਥੇ ਜਮਨਾ ਹੈਗੇ, ਉੱਤੇ ਫਿਕਲ ਕੋਲੀਫਾਰਮ ਦੇ ਜਿੰਨੀ ਮਾਤਰਾ ਵਧੀ ਹੋਈ, ਬੈਕਟੀਰੀਆ ਦੀ ਜਿੰਨੀ ਮਾਤਰਾ ਵਧੀ ਹੋਈ, ਉਹ ਵੀ ਡਿਬੇਟ ਬਣਿਆ ਹੋਇਆ ਹੈਗਾ। ਤੇ ਦੇਖੋ ਹੁਣ ਕਿੰਨੀ ਸਫਾਈ ਅਗਲੇ ਕਰਦੇ ਨੇ। ਉਹਨਾਂ ਨੇ ਅੱਜ ਪੂਜਾ ਕਰਕੇ ਉਹ ਪੂਰਾ ਆਪਣਾ ਜਿਹੜਾ ਹਿੰਦੂਤਵ ਵਾਲਾ ਸਾਰਾ ਏਜੰਡਾ ਹੈਗਾ, ਉਸ ਤੇ ਸਾਰੇ ਉਸ ਨੂੰ ਲੈ ਕੇ ਅੱਗੇ ਪ੍ਰੋਜੈਕਟ ਕਰਦੇ ਹੋਏ ਆ, ਉਹਦੀ ਓਪਟਿਕਸ ਦੀ ਪੋਲਿਟਿਕਸ ਕਰਦੇ ਹੋਏ ਅੱਗੇ ਵਧਣ ਦੀ ਨੀਤੀ ਲਈ ਹੈ ਜੀ। ਸੋ ਚਲੋ, ਹਿੰਦੂਤਵ ਵਾਲਾ ਏਜੰਡਾ ਤਾਂ ਉਹਨਾਂ ਨੇ ਪੱਤਾ ਤਾਂ ਖੇਡ ਲਿਆ, ਪਰ ਖਾਸ ਤੌਰ ਤੇ ਜੇਕਰ ਪੰਜਾਬ ਦਾ ਜ਼ਿਕਰ ਇਸ ਖਬਰ ਦੇ ਵਿੱਚ ਕਰ ਲਈਏ, ਤਾਂ ਪੰਜਾਬੀ ਤਾਂ ਇਸ ਗੱਲ ਨੂੰ ਵੀ ਅੱਗੇ ਰੱਖ ਰਹੇ ਨੇ ਤੇ ਕਿ ਸ਼ਾਇਦ ਮਨਜਿੰਦਰ ਸਿਰਸਾ ਉਹਨਾਂ ਨੂੰ ਮੁੱਖ ਮੰਤਰੀ ਜਾਂ ਘੱਟੋ ਘੱਟ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾ ਕੇ ਇੱਕ ਵੱਡਾ ਦਾਅਵ ਜਿਹੜਾ ਖੇਡਿਆ ਜਾ ਸਕਦਾ ਸੀ ਬੀਜੇਪੀ ਦੇ ਵੱਲੋਂ, ਉਹ ਖੇਡਣ ਦੇ ਵਿੱਚ ਅਸਮਰੱਥ ਜਾਂ ਫਿਰ ਪਿੱਛੇ ਹਟਦੀ ਨਜ਼ਰ ਆਈ ਹੈ ਭਾਜਪਾ, ਜਿਸ ਦੇ ਕਰਕੇ ਬਹੁਤ ਸਾਰੀਆਂ ਗੱਲਾਂ ਪੰਜਾਬ ਦੇ ਵਿੱਚ ਵੀ ਹੋ ਰਹੀਆਂ ਨੇ। ਸੋ ਚਲੋ, ਜਦੋਂ ਸਹੁੰ ਚੱਕੀ ਗਈ ਹੈ, ਇਸ ਤੇ ਅੱਗੇ ਜੀ
ਨਹੀਂ, ਇਹਦੇ ਤੇ ਗੁਰਪ੍ਰੀਤ ਜੀ ਤੁਸੀਂ ਇਹ ਵੀ ਦੇਖੋ ਕਿ ਇਹ ਸੇਮ ਸੋਚਣਾ ਜੱਟਾਂ ਦਾ ਵੀ ਸੀਗਾ। ਜੱਟਾਂ ਨੂੰ ਵੀ ਲੱਗ ਰਿਹਾ ਸੀਗਾ ਕਿ ਪ੍ਰਵੇਸ਼ ਵਰਮਾ ਨੂੰ ਸੀਐਮ ਬਣਾ ਕੇ ਜੱਟਾਂ ਨੂੰ ਕਿਤੇ ਨਾ ਕਿਤੇ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕਰੂਗੀ ਬੀਜੇਪੀ। ਸਾਡਾ ਵੀ ਇਹੀ ਐਨਾਲਿਸਿਸ ਸੀਗਾ। ਜੀ ਤੇ ਜੱਟਾਂ ਨੂੰ ਵੀ ਲੱਗ ਰਿਹਾ ਸੀ, ਜੱਟਾਂ ਨੂੰ ਵੀ ਕੁਝ ਨਹੀਂ ਮਿਲਿਆ, ਸਿੱਖਾਂ ਨੂੰ ਵੀ ਕੁਝ ਨਹੀਂ ਮਿਲਿਆ। ਮੈਨੂੰ ਲੱਗਦਾ ਕਿ ਤੇ ਜਿਹੜੇ ਸੰਘੀ ਹੋ ਗਏ ਹੈਗੇ, ਜਿਹੜੇ ਆਰਐਸਐਸ ਚ ਜਾ ਕੇ ਸ਼ਾਮਿਲ ਹੋ ਗਏ, ਉਹਦਾ ਉਹ ਕਾਹਦਾ ਤਾਂ ਸਿੱਖ ਰਹਿ ਗਿਆ, ਉਹ ਕਾਹਦਾ ਜੱਟ ਰਹਿ ਜੀ ਗਿਆ। ਬਹੁਤ ਜੀ 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 ਅਜੀਬ ਕਮੈਂਟ ਲੱਗੂਗਾ ਤੁਹਾਨੂੰ, ਕਿਉਂਕਿ ਉਹ ਤਾਂ ਅਗਲੇ ਤਾਂ ਹਿੰਦੂਤਵਾ ਦੀ ਪੋਲਿਟਿਕਸ ਕਰਦੇ ਨੇ ਨਾ, ਜਾਟ ਹੂੰ ਦੀ ਕੋਈ ਰਿਲੀਜੀਓਸਿਟੀ ਹੈਗੀ ਆ, ਉਹਦਾ ਕੋਈ ਰਿਲੀਜਨ ਹੀ ਨਹੀਂ ਹੈ ਜਾਟ ਦਾ, ਤੇ ਉਹ ਹਿੰਦੂਤਵਾ ਦੀ ਹੂੰ ਪੋਲਿਟਿਕਸ ਕਿਵੇਂ ਫਿੱਟ ਹੋ ਜਾਊਗਾ। ਤੇ ਇੱਕ ਜੀ ਜੀ ਸਿੱਖ ਇਹ ਆਪਣੇ ਆਪ 'ਚ ਇੱਕ ਅੱਡ ਧਰਮ ਹੈਗਾ, ਸਿੱਖੀਜ਼ਮ ਉਹਦੀ ਇੱਕ ਹੂੰ ਆਈਡੀਓਲੋਜੀ ਬਣਦੀ ਹੈਗੀ ਆ, ਉਹ ਕਿਵੇਂ ਹਿੰਦੂਤਵਾ ਦੀ ਦੇ ਫੋਲਡ 'ਚ ਫਿੱਟ ਹੋ ਜਾਊਗਾ। ਤੇ ਇਸ ਕਰਕੇ ਹੂੰ ਮੈਨੂੰ ਲੱਗਦਾ ਕਿ ਮਨਜਿੰਦਰ ਸਰਸਾ ਬਣ ਵੀ ਜਾਂਦਾ ਜਾਂ ਫਿਰ ਪ੍ਰਵੇਸ਼ ਵਰਮਾ ਵੀ ਬਣ ਵੀ ਜਾਂਦਾ, ਤੇ ਉਹਨੇ ਕੋਈ ਨਾ ਪ੍ਰਵੇਸ਼ ਵਰਮਾ ਨੇ ਜਾਟਾਂ ਦੇ ਗਲੇ 'ਚ ਹਾਰ ਪਾ ਦੇਣਾ ਸੀ, ਨਾ ਹੂੰ ਮਨਜਿੰਦਰ ਸਰਸੇ ਨੇ ਸਿੱਖਾਂ ਦੇ ਗਲੇ ਕੋਈ ਹਾਰ ਪਾ ਦੇਣਾ ਸੀਗਾ। ਇਹਨਾਂ ਨੇ ਉਹੀ ਜੀ ਇੱਕ ਹਿਸਾਬ ਨਾਲ ਆਪਣੇ ਕਮਿਊਨਿਟੀ ਨੂੰ ਵੇਚਣ ਵਾਲੀ ਗੱਲ ਹੀ ਸੀ ਬੀਜੇਪੀ ਦੇ ਜੀ ਦਰਬਾਰ 'ਚ, ਉਹੀ ਗੱਲ ਹੋ ਜਾਣੀ ਸੀ। ਬਾਕੀ ਤਾਂ ਮੇਰਾ ਤਾਂ ਕਮੈਂਟ ਹੀ ਹੈ। ਜੀ ਜੀ ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਇੱਕ ਐਂਗਲ ਜ਼ਰੂਰ ਹੋ ਸਕਦਾ ਹੈ ਕਿ ਤੁਸੀਂ ਸਿੱਖ ਨੂੰ ਜਾਂ ਜਾਟ ਨੂੰ ਜਾਂ ਫਿਰ ਯਾਦਵ ਨੂੰ ਕਿਹਨੂੰ ਸਹੁੰ ਚੁਕਾਉਂਦੇ ਹੋ, ਪਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੋ ਜਾਂਦੀ ਹੈ ਕਿ ਸਹੀ ਤਰੀਕੇ ਦੇ ਨਾਲ ਜਾਂ ਯੋਗ ਤਰੀਕੇ ਦੇ ਨਾਲ ਕੌਣ ਮੁੱਖ ਮੰਤਰੀ ਬਣਨਾ ਚਾਹੀਦਾ ਹੈ। ਯੋਗਤਾ ਦੇ ਆਧਾਰ ਤੇ ਬਣਨਾ ਚਾਹੀਦਾ, ਨਾ ਕਿ ਇਹ ਦੇਖਿਆ ਜਾਣਾ ਚਾਹੀਦਾ ਕਿ ਇਸ ਵਿਅਕਤੀ ਦਾ ਧਰਮ ਜਾਂ ਫਿਰ ਇਹਦਾ ਆਧਾਰ ਕੀ ਹੈ, ਵੀ ਅਸੀਂ ਉਸ ਆਧਾਰ ਦੇ ਵੋਟਰਸ ਨੂੰ ਕਿਵੇਂ ਕਲੈਕਟਿਵ ਤੌਰ ਤੇ ਆਪਣੇ ਹੱਕ ਦੇ ਵਿੱਚ ਭੁਗਤਾਉਣਾ ਹੈ। ਹਾਂ, ਗੱਲ ਸਿਰਫ ਤੇ ਸਿਰਫ ਇੱਕ ਵਿਕਾਸ ਦੀ ਹੋਣੀ ਚਾਹੀਦੀ ਹੈ, ਜਿਹੜੀ ਇਹ ਪਹਿਲਾਂ ਕਰਦੇ ਰਹੇ ਨੇ। ਹਾਲਾਂਕਿ ਵਿਕਾਸ ਤਾਂ ਹੁਣ ਗਵਾਚ ਹੀ ਗਿਆ, ਪਤਾ ਨਹੀਂ ਲੱਗਦਾ ਕਿੱਥੇ ਗਿਆ। ਪਿਛਲੇ ਆਪਾਂ 11-12 ਸਾਲ ਤੋਂ ਲੱਭ ਹੀ ਰਹੇ ਹਾਂ ਵੀ ਵਿਕਾਸ ਕਿੱਥੇ ਹੈ। ਪਰ ਅਗਲੀ ਖਬਰ ਤੇ ਚੱਲੀਏ। ਮੁੱਖ ਮੰਤਰੀ ਸਾਹਿਬ ਜਿਹੜੇ ਪਹਿਲਾਂ ਰਹਿ ਚੁੱਕੇ ਨੇ ਦਿੱਲੀ ਦੇ, ਉਹ ਕਹਿੰਦੇ ਨੇ ਕਿ ਦਿੱਲੀ ਛੱਡ ਕੇ ਹੁਣ ਜਾ ਰਹੇ ਨੇ। ਕਿੱਥੇ ਜਾਣਗੇ? ਅਰਵਿੰਦ ਕੇਜਰੀਵਾਲ ਹੋਣੀ, ਤੇ ਪਿੱਛੋਂ ਦਿੱਲੀ ਦਾ ਕੀ ਬਣੂਗਾ, ਕਿਹਦੇ ਸਹਾਰੇ ਛੱਡ ਕੇ ਜਾਣਗੇ, ਇਹ ਤੇ ਜ਼ਰਾ ਜ਼ਿਕਰ ਕਰੋ। ਦੇਖੋ, ਮੈਨੂੰ ਲੱਗਦਾ ਕਿ ਜਿਹੜੇ ਆਗੂ ਜਿੱਤ ਕੇ ਆਏ ਨੇ, 22 ਐਮਐਲਏ ਜਿਹੜੇ ਜਿੱਤ ਕੇ ਆਏ ਨੇ ਆਮ ਆਦਮੀ ਪਾਰਟੀ 'ਚ, ਉਹਨਾਂ ਚੋਂ ਸਭ ਤੋਂ ਜਿਹੜੀ ਵੱਡੀ ਫੇਸ ਹੈਗੀ ਆ ਉਹ ਤੀਸੀ ਮਾਰਲੇਨਾ ਹੀ ਹੈਗੀ ਆ। ਤੇ ਉਹਨੂੰ ਮੈਨੂੰ ਲੱਗਦਾ ਕਿ ਉਹਨੂੰ ਹੀ ਲੀਡਰ ਆਫ ਆਪੋਜੀਸ਼ਨ ਬਣਾਉਣਗੇ ਵਿਧਾਨ ਸਭਾ 'ਚ, ਦਿੱਲੀ ਦੀ ਵਿਧਾਨ ਸਭਾ 'ਚ। ਤੇ ਨੇਤਾ ਵਿਪਕਸ਼ ਅਤੀਸ਼ੀ ਮਾਰਲੀਨਾ ਹੋਊਗੀ, ਤੇ ਅਤੀਸ਼ੀ ਮਾਰਲੀਨਾ ਦੇ ਹਵਾਲੇ ਹੀ ਜਿਹੜੀ ਆਮ ਆਦਮੀ ਪਾਰਟੀ ਦਿੱਲੀ ਹੈ ਉਹ ਚੱਲੂਗੀ, ਮੈਨੂੰ ਲੱਗਦਾ ਹੈਗਾ। ਤੇ ਜਿਹੜੇ ਗੁਜਰਾਤ 'ਚ ਅਤੇ ਪੰਜਾਬ 'ਚ ਅਤੇ ਗੋਆ 'ਚ ਜਾ ਕੇ ਅਰਵਿੰਦ ਕੇਜਰੀਵਾਲ ਹੋਣੀ ਤੇ ਮਨੀਸ਼ ਸਿਸੋਦੀਆ ਹੋਣੀ ਕੰਮ ਕਰਨਗੇ। ਮਨੀਸ਼ ਜੀ ਸਿਸੋਦੀਆ ਤਾਂ ਅੱਜ ਕੱਲ ਪੰਜਾਬ 'ਚ ਖਾਸੇ ਵਿਚਰ ਵੀ ਰਹੇ ਨੇ, ਉਹ ਆਪਾਂ ਨੂੰ ਪਤਾ ਹੈਗਾ। ਜਿਹੜੇ ਪੰਜਾਬ ਦੇ ਸਕੂਲਾਂ 'ਚ ਜਿਹੜੇ ਸਕੂਲਾਂ EMPLOYEE ਦੇ ਦੌਰੇ ਸੀਗੇ, ਕਰ ਰਹੇ ਨੇ। ਹਾਂ, ਜੀ ਜੀ ਉਹਨਾਂ ਨੇ ਵੀ ਇਹਦੇ ਤੇ ਇਹ ਮੁੱਦਾ ਚੁੱਕਿਆ ਸੀਗਾ ਕਿ ਇਹ ਕਿਉਂ ਆ ਰਿਹਾ ਹੈ, ਤੇ ਖਾਸਾ ਇਸ਼ੂ ਵੀ ਬਣਿਆ ਸੀਗਾ। ਤੇ ਪਰ ਮਨੀਸ਼ ਸਿਸੋਦੀਆ ਤਾਂ ਲਗਾਤਾਰ ਪੰਜਾਬ 'ਚ ਹੈਗਾ। ਤੇ ਅਰਵਿੰਦ ਕੇਜਰੀਵਾਲ ਦਾ ਅਗਲਾ ਟਾਰਗੇਟ ਪੰਜਾਬ ਤੇ ਗੁਜਰਾਤ ਹੀ ਹੈਗਾ, ਕਿਉਂਕਿ ਦੋਵੇਂ ਸੂਬਿਆਂ 'ਚ ਚੋਣ ਹੋਣੇ ਨੇ। ਪਹਿਲਾਂ ਪੰਜਾਬ 'ਚ ਹੋਣਗੇ 27 'ਚ, ਫਿਰ 27 ਦੇ ਐਂਡ 'ਚ ਜਾ ਕੇ ਗੁਜਰਾਤ ਵੀ ਹੋਣਗੇ। ਤੇ ਇਸ ਕਰਕੇ ਜੀ ਉਹ ਦੋਵੇਂ ਥਾਂ ਤੇ ਰਹਿਣਗੇ। ਤੇ ਉਹਨਾਂ ਦੀ ਜਿਹੜੀ ਮੇਰੀ ਜਿੰਨੀ ਆਮ ਆਦਮੀ ਪਾਰਟੀ ਦੇ ਵੱਡੇ ਬੰਦਿਆਂ ਨਾਲ ਗੱਲ ਹੋਈ, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਅਰਵਿੰਦ ਕੇਜਰੀਵਾਲ ਹੁਣ ਆਰਗੇਨਾਈਜੇਸ਼ਨ ਦਾ ਕੰਮ ਕਰਨਗੇ, ਦਿੱਲੀ 'ਚ ਨਹੀਂ ਰਹਿਣਗੇ, ਤੇ ਜ਼ਿਆਦਾਤਰ ਜੀ ਟਾਈਮ ਉਹ ਆਪਣਾ ਪੰਜਾਬ ਅਤੇ ਗੁਜਰਾਤ 'ਚ ਲਾਣਗੇ। ਇਹ ਜੀ ਮੋਟਾ-ਮੋਟਾ ਨਿਕਲ ਕੇ ਆ ਰਿਹਾ ਹੈਗਾ। ਜੀ, ਸੋ ਦੇਖਦੇ ਆ ਕਿ ਹੁਣ ਕਿੱਥੇ ਟਾਈਮ ਲਾਇਆ ਜਾਂਦਾ ਹੈ ਤੇ ਕਿੱਥੇ। ਕਹਿੰਦੇ ਪੰਜਾਬ 'ਚ ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਇੱਕ ਰਾਜ ਸਭਾ ਸੀਟ ਖਾਲੀ ਕਰਾ ਕੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਉਸ ਸੀਟ ਦੇ ਹੱਕਦਾਰ ਬਣਾਇਆ ਜਾ ਸਕਦਾ ਹੈ, ਤੇ ਹੁਣ ਰਾਜ ਸਭਾ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕਦੇ ਨੇ ਕੇਜਰੀਵਾਲ ਸਾਹਿਬ, ਕਿਉਂਕਿ ਇੱਕ ਔਰਾ ਵੀ ਹੁੰਦਾ ਨਾ ਬੰਦੇ ਦਾ, ਉਹਨੇ ਉਹ ਔਰਾ ਵੀ ਜਿੰਦਾ ਰੱਖਣਾ ਹੁੰਦਾ ਹੈ ਵੱਖ-ਵੱਖ ਤਰੀਕਿਆਂ ਦੇ ਨਾਲ। ਸੋ ਕੋਸ਼ਿਸ਼ ਤਾਂ ਬਹੁਤ ਤਰ੍ਹਾਂ ਦੀ ਚੱਲ ਰਹੀ ਹੈ। ਪਰ ਜੇਕਰ ਆਪਾਂ ਅਗਲੀ ਖਬਰ ਤੇ ਚੱਲੀਏ ਤੇ ਅਸ਼ਲੀਲ ਟਿੱਪਣੀਆਂ ਨੂੰ ਲੈ ਕੇ ਅੱਜ ਕੱਲ ਖਾਸ ਤੌਰ ਤੇ ਮੀਡੀਆ ਦਾ ਖਾਸ ਧਿਆਨ ਹੈ। ਬਹੁਤ ਲੰਬੀ ਕਵਰੇਜ ਇਸ ਨੂੰ ਦਿੱਤੀ ਜਾ ਰਹੀ ਹੈ, ਜਿਹੜੀ ਰਣਵੀਰ ਇਲਾਹਾਬਾਦੀਆ ਦੀ ਟਿੱਪਣੀ ਤੋਂ ਬਾਅਦ ਛਿੜੀ ਹੈ। ਤੋ ਇਸੇ ਮਾਮਲੇ ਦੇ ਵਿੱਚ ਜੇਕਰ ਅੱਗੇ ਚੱਲੀਏ ਤਾਂ ਹੁਣ ਸ਼ਾਇਦ ਨਵਾਂ ਕਾਨੂੰਨ ਜਾਂ ਨਵਾਂ ਕੋਈ ਐਕਟ ਲਿਆਂਦਾ ਜਾ ਸਕਦਾ ਹੈ। ਇਹ ਕੋਰਟ ਦੇ ਵਿੱਚ ਇਸ ਨੂੰ ਗੱਲਬਾਤ ਅੱਗੇ ਕੀਤੀ ਜਾ ਸਕਦੀ ਹੈ। ਮਾਜਰਾ ਕੀ ਹੈ ਜੀ ਸਾਰਾ? ਦੇਖੋ, ਜਿਹੜਾ ਇੰਡੀਅਨ ਗਵਰਨਮੈਂਟ ਦੀ ਜਿਹੜੀ ਮਿਨਿਸਟਰੀ ਹੈਗੀ ਆ, ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ,
ਉਹਨਾਂ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਪੱਤਰਕਾਰਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ, ਜਿਹੜੇ ਵੀ ਪੱਤਰਕਾਰ ਉਹਨਾਂ ਨੂੰ ਫੋਨ ਕਰਦੇ ਨੇ, ਗੱਲਬਾਤ ਕਰਦੇ ਨੇ, ਉਹਨਾਂ ਨੂੰ ਇਹ ਕਹਿੰਦੇ ਨੇ ਕਿ ਅਸੀਂ ਡਿਜੀਟਲ ਇੰਡੀਆ ਬਿੱਲ ਵਰਗੀ ਇੱਕ ਚੀਜ਼ ਡਰਾਫਟ ਕਰ ਰਹੇ ਹਾਂ, ਤੇ ਜਿਹੜਾ ਸੋਸ਼ਲ ਮੀਡੀਆ ਤੇ YouTube ਵਗੈਰਾ ਤੇ ਡਿਜੀਟਲ ਪਲੇਟਫਾਰਮਾਂ ਤੇ ਜਿਹੜਾ ਇਹ ਕੰਟੈਂਟ ਬਣਦਾ ਹੈਗਾ, ਉਹਨੂੰ ਰੈਗੂਲੇਟ ਕਰਨ ਵਾਸਤੇ ਅਸੀਂ ਇਹ ਲੈ ਕੇ ਆ ਰਹੇ ਹਾਂ, ਤੇ ਇਹ IT ਐਕਟ ਦੀ ਥਾਂ ਤੇ ਡਿਜੀਟਲ ਇੰਡੀਆ ਬਿੱਲ ਅਸੀਂ ਇਹਨੂੰ ਕਵਾਂਗੇ। ਇਹ ਮੋਟੀ ਗੱਲ ਕਹੀ ਜਾ ਰਹੀ ਹੈ। ਤੇ ਉਹਨਾਂ ਨੇ ਜਦੋਂ ਕਹਿੰਦੇ ਆ ਕਿ ਤੁਸੀਂ ਕੀ ਅਲਾਹਾਬਾਦੀਆਂ ਤੇ ਸਮੈਰਾਨਾ ਦੇ ਕੇਸ ਤੋਂ ਬਾਅਦ ਹੀ ਇਸ ਚੀਜ਼ ਦਾ ਜ਼ਿਕਰ ਸ਼ੁਰੂ ਕੀਤਾ, ਉਹ ਕਹਿ ਰਹੇ ਨਹੀਂ ਅਸੀਂ ਤਾਂ 15 ਮਹੀਨਾ ਤੋਂ ਕੰਮ ਕਰ ਰਹੇ ਹਾਂ, ਪਹਿਲੇ ਤੋਂ ਹੀ ਕੰਮ ਕਰ ਰਹੇ ਹਾਂ, ਇਹ ਗੱਲ ਕਹਿ ਦਿੰਦੇ ਨੇ। ਤੇ ਗੱਲ ਇਹ ਵੀ ਕਹੀ ਜਾ ਰਹੀ ਹੈ ਉਹਨਾਂ ਵੱਲੋਂ ਕਿ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਾਂਗੇ ਜਿਹੜੇ ਚੀਜ਼ਾਂ ਨੂੰ ਸੈਂਸਰ ਕਰਨ ਵਾਸਤੇ। ਤਾਂ ਇਹ ਖਾਸੀ ਖਤਰਨਾਕ ਹੋਊਗੀ, ਯਾਨੀ ਕਿ ਉਹ ਕੁਝ ਸ਼ਬਦ ਫੜਾ ਦੇਣਗੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ, ਜਿਸ 'ਚ ਵੀ ਮੋਦੀ ਦੀ ਆਲੋਚਨਾ ਹੋਊਗੀ, ਸ਼ਾਇਦ ਉਸ ਵੀਡੀਓ ਨੂੰ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਬਲੌਕ ਕਰ ਸਕਦੀ ਹੈਗੀ ਆ, ਉਹਦੀ ਰੀਚ ਡਾਊਨ ਕਰ ਸਕਦੀ ਹੈਗੀ ਆ, ਤੇ ਅੱਗੇ ਖਾਸੀ ਦਿੱਕਤ ਆਊਗੀ। ਤੇ ਇਸ ਐਕਟ 'ਚ ਕੀ ਹੋਣ ਜਾ ਰਿਹਾ ਹੈ ਉਹ ਵੀ ਆਪਾਂ ਨੂੰ ਦੇਖਣਾ ਪਊਗਾ। ਜਿਹੜਾ IT ਐਕਟ ਸੀਗਾ ਉਹ ਸਾਲ 2000 'ਚ ਬਣਿਆ ਸੀਗਾ, ਸਨ 2000 'ਚ, ਤੇ ਉਸ ਟਾਈਮ ਸਿਰਫ 60 ਲੱਖ ਬੰਦੇ ਨੈਟ ਚਲਾਉਂਦੇ ਸੀਗੇ। ਅੱਜ ਦੇ ਟਾਈਮ ਜੀ 90 ਕਰੋੜ ਲੋਕਾਂ ਕੋਲ ਇੰਟਰਨੈਟ ਦੀ ਐਕਸੈਸ ਹੈਗੀ ਆ, ਤੇ ਉਹ ਖਾਸਾ ਪੁਰਾਣਾ ਵੀ ਹੋ ਚੁੱਕਿਆ ਹੈਗਾ। 2021 ਚ ਜੀ ਜਿਹੜੀ ਨਵੀਆਂ ਗਾਈਡਲਾਈਨਸ ਆਈਆਂ ਸੀਗੀਆਂ ਕੰਟੈਂਟ ਨੂੰ ਲੈ ਕੇ, ਪਰ ਉਹਦਾ ਆਪਾਂ ਨੂੰ ਪਤਾ ਕਿ ਉਹਨਾਂ ਦਾ ਵਿਰੋਧ ਵੀ ਹੋਇਆ ਉਸ ਟਾਈਮ, ਉਹਨਾਂ 'ਚ ਖਾਸੀ ਦਿੱਕਤਾਂ ਵੀ ਸੀਗੀਆਂ। ਪਰ ਹੁਣ ਤਾਂ ਨਵਾਂ ਜਿਹੜਾ ਬਿੱਲ ਆਊਗਾ ਉਹਦੇ ਬਾਅਦ ਹੀ ਪਤਾ ਲੱਗੂਗਾ ਕਿ ਕਿਸ ਕਿਸਮ ਦਾ ਬਿੱਲ ਆ ਰਿਹਾ ਹੈ। ਪਰ ਲੋਕਾਂ ਨੇ ਹੁਣ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇਸਤੇਮਾਲ ਕਰਨਗੇ ਜਾਂ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰਨਗੇ, ਰੈਗੂਲੇਟਰੀ ਬੋਡੀਜ਼ ਬਣਾਉਣਗੇ, ਤਾਂ ਫਿਰ ਮੈਨੂੰ ਲੱਗਦਾ ਹੈ ਕਿ ਖਾਸੀ ਦਿੱਕਤ ਆਊਗੀ। ਇੰਡੀਆ 'ਚ ਉਦਾਂ ਏਦਾਂ ਦਾ ਚੱਲਣ ਰਿਹਾ ਹੈ ਬ੍ਰੋਡਕਾਸਟਿੰਗ ਵਾਸਤੇ ਕਿ ਜਿਹੜੀ ਰੈਗੂਲੇਟਰੀ ਬੋਡੀ ਹੁੰਦੀ ਹੈ ਉਹ ਜੀ ਉਹ ਜਿਹੜੀ ਜਿਸ ਕਿਸਮ ਦਾ ਪਲੇਟਫਾਰਮ ਹੁੰਦਾ, ਉਸ ਪਲੇਟਫਾਰਮ ਦੇ ਜਿੰਨੇ ਵੀ ਸੰਸਥਾਵਾਂ ਹੈਗੀਆਂ, ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਕਿ ਤੁਸੀਂ ਆਪਣੀ ਇੱਕ ਰੈਗੂਲੇਟਰੀ ਬੋਡੀ ਬਣਾ ਲਓ ਤੇ ਆਪਣੇ ਆਪ ਡਿਸਾਈਡ ਕਰਿਆ ਕਰੋ ਕਿਹੜਾ ਜਾਣ ਵਾਲਾ ਹੈ। ਕੋਈ ਵਿਵਾਦ ਆਉਂਦਾ ਤਾਂ ਤੁਸੀਂ ਸੁਲਝਾਓ, ਇਹ ਗੱਲ ਹੁੰਦੀ ਹੈ। ਯਾਨੀ ਕਿ ਆਟੋਨੋਮਸ ਰੈਗੂਲੇਟਰੀ ਸਿਸਟਮ ਇੰਡੀਆ 'ਚ ਚੱਲਦਾ ਰਿਹਾ ਹੈ। ਪਰ ਇਸ ਬਾਰ ਜੀ ਲੱਗ ਜੀ ਰਿਹਾ ਕਿ ਇਸ ਬਾਰ ਸ਼ਾਇਦ ਇਹ ਆਟੋਨੋਮਸ ਰੈਗੂਲੇਟਰੀ ਜਿਹੜਾ ਸਿਸਟਮ ਹੈ ਉਹ ਤੋਂ ਅੱਗੇ ਜਾਣਗੇ, ਉਹ ਤੋਂ ਅੱਗੇ ਸ਼ਾਇਦ ਕੁਝ ਨਾ ਕੁਝ ਕਰਨਗੇ, ਤੇ ਉਹ ਜਿਹੜਾ ਕਿ ਸੈਂਸਰਸ਼ਿਪ ਵਾਲੇ ਖਾਤੇ 'ਚ ਹੀ ਗਿਣਿਆ ਜਾਊਗਾ ਅੱਗੇ। ਜੀ ਸੋ ਵੇਖਦੇ ਆ ਕਿਹੜੇ ਖਾਤੇ 'ਚ ਗਿਣਦੇ ਨੇ। ਪਰ ਤੁਸੀਂ ਕੱਲ ਜ਼ਿਕਰ ਕੀਤਾ ਸੀ ਕਿ ਆਫਟਰ ਆਲ ਇਹਦਾ ਸਾਰਾ ਇੰਪੈਕਟ ਪਵੇਗਾ ਜਿਹੜੀ ਪੋਲੀਟੀਕਲ ਕਮੈਂਟਬਾਜ਼ੀ ਹੁੰਦੀ ਹੈ, ਪੋਲੀਟੀਕਲ ਖਬਰਾਂ ਨੂੰ ਕਵਰ ਕਰਨ ਵਾਲੇ ਚੈਨਲ ਹੁੰਦੇ ਨੇ, ਉਹ ਖਾਸ ਤੌਰ ਤੇ ਇਸ ਦੇ ਵਿੱਚ ਰਗੜੇ ਜਾਣਗੇ। ਮੈਂ ਵੀ ਜ਼ਿਕਰ ਕੀਤਾ ਸੀ ਕੱਲ ਇਸੇ ਖਬਰ ਦਾ ਆਪਾਂ ਮਜ਼ਮੂਨ ਜਦੋਂ ਪੜ੍ਹ ਰਹੇ ਸੀ ਕਿ ਇਸ ਦੇ ਵਿੱਚ ਬਹੁਤ ਧੜੱਲੇ ਦੇ ਨਾਲ ਪਹਿਲਾਂ ਵੀ ਬ੍ਰੌਡਕਾਸਟਿੰਗ ਬਿੱਲ ਲਿਆਉਣ ਦੀ ਗੱਲ ਹੋਈ ਸੀ, ਜਿਸ ਦੇ ਵਿੱਚ ਸਾਰੇ ਦਾ ਸਾਰਾ ਸਮਾਨ ਜ਼ਬਤ ਕਰ ਲੈਣ ਦੀ ਗੱਲ ਸੀ। ਪਰ ਜੇਕਰ ਅੱਗੇ ਚਲੀਏ ਤਾਂ ਕਿਸਾਨਾਂ ਦੀ ਖਬਰ ਨੂੰ ਕਵਰ ਕਰਦੇ ਹਾਂ। ਕਿਸਾਨਾਂ ਦੀ ਮੀਟਿੰਗ ਅਗਲੀ 22 ਤਰੀਕ ਦੀ ਰੱਖੀ ਗਈ ਹੈ ਕੇਂਦਰੀ ਮੰਤਰੀਆਂ ਦੇ ਨਾਲ। ਹੁਣ ਤਾਂ ਨਹੀਂ ਜੀ ਕਿਸੇ ਦਾ ਵਿਆਹ ਰੱਖ ਦਿੱਤਾ ਗਿਆ ਵੀ ਭਾਈ ਅਸੀਂ ਨਹੀਂ ਮੀਟਿੰਗ 'ਚ ਪਹੁੰਚਣਾ। ਹੁਣ ਕਿਵੇਂ ਦੀ ਰਹੇਗੀ ਇਹ ਮੀਟਿੰਗ, ਕੋਈ ਆਸ ਹੈ ਇਸ ਦੇ ਵਿੱਚ? ਹਾਂ, ਇਹ ਛਠੇ ਦੌਰ ਦੀ ਵਾਰਤਾ ਹੋਊਗੀ, ਛਠੀ ਗੱਲਬਾਤ ਹੋਊਗੀ ਸੈਂਟਰ ਨਾਲ, ਤੇ 6ਵੀਂ ਗੱਲਬਾਤ 'ਚ ਸ਼ਾਇਦ ਮੈਨੂੰ ਲੱਗ ਰਿਹਾ ਕਿ ਸ਼ਾਇਦ ਜਿਹੜੇ ਖੇਤੀਬਾੜੀ ਮੰਤਰੀ ਹੈਗੇ ਆਪਣੇ ਸ਼ਿਵਰਾਜ ਸਿੰਘ ਚੌਹਾਨ, ਉਹ ਵੀ ਸ਼ਾਮਿਲ ਰਹਿਣਗੇ। ਤੇ ਹਜੇ ਤਾਂ ਕੋਈ ਆਫੀਸ਼ੀਅਲ ਕਮਿਊਨੀਕੇਸ਼ਨ ਹੋਇਆ ਨਹੀਂ ਹੈਗਾ, ਪਰ ਮੈਨੂੰ ਲੱਗਦਾ ਕਿ ਸ਼ਿਵਰਾਜ ਸਿੰਘ ਚੌਹਾਨ ਇਹ 6ਵੇਂ ਦੌਰ ਦੀ ਜਿਹੜੀ ਗੱਲਬਾਤ ਹੋਊਗੀ ਉਹਦੇ 'ਚ ਰਹਿਣਗੇ। ਅੱਜ ਜਗਜੀਤ ਸਿੰਘ ਡੱਲੇਵਾਲ ਹੋਣਾ ਦਾ 87ਵਾਂ ਦਿਨ ਸੀਗਾ ਖਨੌਰੀ ਬਾਰਡਰ ਤੇ, ਉਹ ਭੁੱਖ ਹੜਤਾਲ ਤੇ ਬੈਠੇ ਨੇ, ਹਾਲਾਂਕਿ ਉਹਨਾਂ ਨੇ ਡ੍ਰਿਪ ਲਵਾਈ ਹੋਈ ਹੈ। ਤੇ ਇਸ ਤੋਂ ਇਲਾਵਾ ਜਿਹੜੀ ਗੱਲ ਅੱਜ ਖਨੌਰੀ ਬਾਰਡਰ ਤੋਂ ਵੀ ਹੋਈ ਹੈ, ਸ਼ੰਭੂ ਬਾਰਡਰ ਤੋਂ ਵੀ ਹੋਈ ਹੈ, ਉਹ ਹੋਈ ਹੈ ਏਕਤਾ ਦੀ। ਜਿੰਨੇ ਵੀ ਕਿਸਾਨ ਸੰਗਠਨ ਇਸ ਟਾਈਮ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਇਸ ਟਾਈਮ ਅੰਦੋਲਨ 'ਚ ਸ਼ਾਮਿਲ ਨਹੀਂ ਹਨ, ਉਹਨਾਂ ਨਾਲ ਏਕਤਾ ਕਰਨ ਦੀ ਗੱਲ ਆਈ ਹੈ। ਤੇ 27 ਫਰਵਰੀ ਨੂੰ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ। ਉਹਦੇ 'ਚ ਕਿਹਾ ਜਾ ਰਿਹਾ ਹੈ ਕਿ ਕਿਤੇ ਨਾ ਕਿਤੇ ਕੋਈ ਏਕਤਾ ਦਾ ਸੂਤਰ ਬਣੂਗਾ, ਤੇ ਜਿਹੜੀਆਂ ਜਥੇਬੰਦੀਆਂ ਨੇ ਅੰਦੋਲਨ 'ਚ ਸ਼ਾਮਿਲ ਨਹੀਂ ਹੈਗੀਆਂ ਸ਼ਾਇਦ ਉਹ ਵੀ ਆਣ। ਬਾਕੀ ਅੰਦੋਲਨ ਨੂੰ 1 ਸਾਲ ਤਾਂ ਹੋ ਹੀ ਗਿਆ ਹੈਗਾ। 21 ਫਰਵਰੀ ਨੂੰ ਤੁਸੀਂ ਯਾਦ ਕਰੋ, ਪਿਛਲੇ 21 ਫਰਵਰੀ ਨੂੰ ਇੱਕ ਨੌਜਵਾਨ ਕਿਸਾਨ ਜਿਹੜੇ ਬੱਲੋ ਪਿੰਡ ਤੋਂ ਸੀਗੇ, ਸ਼ੁਭਕਰਨ ਸਿੰਘ, ਉਹਨਾਂ ਦੀ ਡੈਥ ਹੋਈ ਸੀ ਪੁਲਿਸ ਦੀ ਗੋਲੀ ਕਰਕੇ ਖਨੌਰੀ ਬਾਰਡਰ ਤੇ ਉਹਨਾਂ ਦੀ ਬਰਸੀ ਹੈ ਕੱਲ। ਤੇ ਉਹਨਾਂ ਦੇ ਪਿੰਡ ਵਿੱਚ ਉਹਨਾਂ ਦਾ ਸਟੈਚੂ ਵੀ ਬਣਾਇਆ ਗਿਆ ਹੈਗਾ। ਅੱਜ ਜਿਹੜਾ ਸਟੈਚੂ ਸੀਗਾ ਉਹਦੀ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਆਪਾਂ ਨੇ ਦੇਖਿਆ ਵੀ। ਤੇ ਜੀ ਖਨੌਰੀ ਬਾਰਡਰ ਅਤੇ ਸ਼ੰਭੂ ਬਾਰਡਰ ਤੇ ਸਮਾਗਮ ਵੀ ਚੱਲੂਗਾ, ਉਹਨਾਂ ਦੀ ਬਰਸੀ ਵੀ ਮਨਾਈ ਜਾਊਗੀ, ਤੇ ਸ਼ਰਧਾਂਜਲੀ ਸਭਾ ਰੱਖੀ ਗਈ ਹੈਗੀ ਆ। ਪਿੰਡ 'ਚ ਜੀ ਵੀ ਜਿਹੜਾ ਉਹਨਾਂ ਦੇ ਜਿਹੜਾ
ਮੂਰਤੀ ਬਣਾਈ ਗਈ ਹੈਗੀ, ਜਿਹੜੀ ਪ੍ਰਤਿਮਾ ਬਣਾਈ ਗਈ ਹੈਗੀ ਆ, ਉਹਦਾ ਵੀ ਕੱਲ ਉਦਘਾਟਨ ਹੈਗਾ। ਤੇ ਇਹ ਦੋ ਚੀਜ਼ਾਂ ਸੀਗੀਆਂ। ਮੈਨੂੰ ਲੱਗਦਾ ਕਿ ਜਿਹੜਾ 23 ਸਾਲ ਦਾ ਨੌਜਵਾਨ ਸੀ ਸ਼ੁਭਕਰਨ ਸਿੰਘ, ਜਿਹੜਾ ਪਿਛਲੇ ਸਾਲ ਸ਼ਹੀਦ ਹੋਇਆ, ਉਹਦੀ ਸ਼ਹਾਦਤ ਨੂੰ ਵੀ ਬੁਲਾਇਆ ਨਹੀਂ ਜਾ ਸਕਦਾ। ਉਹਨੇ ਕਿਸਾਨੀ ਵਾਸਤੇ ਸ਼ਹਾਦਤ ਦਿੱਤੀ ਹੈਗੀ ਆ। ਤੇ ਜੀ ਜੀ ਕੱਲ ਸਾਡੀ ਵੀ ਨਿਗਾਹ ਰਹੂਗੀ, ਬੱਲੋ ਪਿੰਡ 'ਚ ਵੀ ਰਹੂਗੀ ਕਿ ਕਿਸ ਕਿਸਮ ਦਾ ਪ੍ਰੋਗਰਾਮ ਕੀਤਾ ਜਾਊਗਾ ਨੌਜਵਾਨ ਵਾਸਤੇ, ਉਸ ਨੌਜਵਾਨ ਵਾਸਤੇ ਜਿਹਨੇ ਆਪਣੀ ਜਾਨ ਵਾਰ ਦਿੱਤੀ ਸੀ। ਤੇ ਆਪਣੀ ਨਜ਼ਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਰਹੂਗੀ। ਜੀ, ਸੋ ਵੇਖਾਂਗੇ ਬਣਦਾ ਕੀ ਹੈ, ਕੋਈ ਵੱਡਾ ਐਲਾਨ ਵੱਲੋਂ ਪਿੰਡ ਤੋਂ ਹੁੰਦਾ ਹੈ ਜਾਂ ਫਿਰ ਨਹੀਂ, ਜਾਂ ਫਿਰ ਆਮ ਸਧਾਰਨ ਜਿੱਦਾਂ ਗੱਲਬਾਤ ਚੱਲ ਰਹੀ ਹੈ ਉਦਾਂ ਹੀ ਚੱਲਦੀ ਜਾਊਗੀ। ਪਰ ਅਗਲੀ ਖਬਰ ਦਾ ਰੁਖ ਕਰੀਏ ਤਾਂ ਮਹਾਕੁੰਭ ਦੀ ਖਬਰ ਲੈ ਲੈਂਦੇ ਹਾਂ। ਮਹਾਕੁੰਭ ਦੇ ਵਿੱਚ ਪੰਜਾਬ ਦੇ ਵੱਡੇ ਲੀਡਰ ਵੀ ਪਹੁੰਚ ਰਹੇ ਨੇ। ਕਹਿੰਦੇ ਹੁਣ ਗੁਰਮੀਤ ਸਿੰਘ ਮੀਤਹਿਰ ਨੇ, ਨਾਲ ਪੰਜਾਬ ਦੇ ਸਪੀਕਰ ਸਾਹਿਬ ਨੇ, ਤੇ ਨਾਲ ਹੋਰ ਇੱਕ ਮੰਤਰੀ ਸਾਹਿਬ ਪਹੁੰਚੇ ਸੀ ਉੱਥੇ। ਕਹਿੰਦੇ ਲਗਾਤਾਰ ਰੁਖ ਕੀਤਾ ਜਾ ਰਿਹਾ। ਅਮਨ ਅਰੋੜਾ ਸਾਹਿਬ ਪ੍ਰਧਾਨ ਹਾਂ, ਸਾਹਿਬ ਨੇ ਜਿਹੜੇ ਆਮ ਆਦਮੀ ਪਾਰਟੀ ਪੰਜਾਬ ਦੇ, ਉਹਨਾਂ ਨੇ ਉੱਥੇ ਪਹੁੰਚ ਕੀਤੀ, ਨਾਲ ਇਹਨਾਂ ਦੇ ਪਤਨੀਆਂ ਸੀ। ਇਸ ਖਬਰ ਤੇ ਕੀ ਕਮੈਂਟ ਕਰੋਗੇ? ਖਬਰ ਤੇ ਤਾਂ ਕੀ ਕਮੈਂਟ ਕਰਾਂਗੇ, ਉਦਾਂ ਤਾਂ ਜਿਹੜਾ ਆਪਾਂ ਲਗਾਤਾਰ ਕਹਿੰਦੇ ਹੀ ਰਹੇ ਹਾਂ ਕਿ ਕੁੰਭ 'ਚ ਉੱਥੇ ਜਿਹੜਾ ਇਸ਼ਨਾਨ ਹੈਗਾ, ਉੱਥੇ ਜਿਹੜਾ ਪਾਣੀ ਹੈਗਾ ਉਹ ਨਹਾਣਯੋਗ ਹੈ ਨਹੀਂ। ਤੇ ਪਰ ਠੀਕ ਹੈ ਕਿ ਇੱਕ ਮੈਸੇਜ ਦੇਣਾ ਹੁੰਦਾ ਹੈ। ਤੇ ਆਮ ਆਦਮੀ ਪਾਰਟੀ ਹੁਣ ਹਿੰਦੂ ਕਮਿਊਨਿਟੀ ਤੇ, ਪੰਜਾਬ ਦੀ ਹਿੰਦੂ ਕਮਿਊਨਿਟੀ ਤੇ ਠੀਕ ਠਾਕ ਕੰਮ ਕਰ ਰਹੀ ਹੈਗੀ ਆ। ਉਹਨਾਂ ਨੂੰ ਲੱਗਦਾ ਗਾ ਕਿ ਪੰਜਾਬ 'ਚ ਉਹਨਾਂ ਦੇ ਜਿੱਤ ਦਾ ਕਾਰਨ ਇੱਕ ਹਿੰਦੂ ਕਮਿਊਨਿਟੀ ਵੀ ਸੀ। ਤੇ ਉਹ ਜਿਹੜੀ ਕਾਂਗਰਸ ਨੂੰ ਵੋਟ ਕਰਦੀ ਰਹੀ ਹੈ, ਸ਼ਹਿਰਾਂ 'ਚ ਜਿਹੜੀ ਵੋਟਾਂ ਆਪਾਂ ਨੂੰ ਪਤਾ ਹੀ ਹੈ ਕਿ ਪਿੰਡਾਂ 'ਚ ਪਹਿਲਾਂ ਅਕਾਲੀ ਦਲ ਨੂੰ ਵੋਟਾਂ ਜ਼ਿਆਦਾ ਪੈਂਦੀਆਂ ਸੀਗੀਆਂ ਤੇ ਸ਼ਹਿਰਾਂ 'ਚ ਆ ਕੇ ਕਾਂਗਰਸ ਜਿੱਤੀ ਹੁੰਦੀ ਸੀਗੀ। ਤੇ ਉਹੀ ਜਿਹੜਾ ਸ਼ਹਿਰੀ ਵੋਟਰ ਸੀਗਾ 2022 ਦੇ ਇਲੈਕਸ਼ਨ 'ਚ ਆਮ ਆਦਮੀ ਪਾਰਟੀ ਵੱਲ ਸ਼ਿਫਟ ਮਾਰਿਆ ਸੀ ਉਹਨੇ। ਤੇ ਅਕਾਲੀ ਦਲ ਦੀ ਕ੍ਰੈਡੀਬਿਲਿਟੀ ਨਾ ਹੋਣ ਕਰਕੇ ਜਿਹੜਾ ਰੂਰਲ ਵੋਟਰ ਸੀ ਉਹਨੇ ਵੀ ਭਰਮਾਂ ਵੋਟਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਪਾਈਆਂ ਸੀ, ਭਰਮਾਂ ਹੁੰਗਾਰਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਨੂੰ। ਤੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਜਿਹੜਾ ਰੂਰਲ ਵੋਟਰ ਹੈ ਉਹ ਉਹਨਾਂ ਤੋਂ ਖਿਸਕ ਰਿਹਾ ਹੈ। ਉਹਦੇ ਕਈ ਕਾਰਨ ਨੇ। ਉਹਨਾਂ 'ਚ ਇੱਕ ਸਿੱਖ ਇਸ਼ੂਜ਼ ਨੂੰ ਜਿਸ ਕਿਸਮ ਨਾਲ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਆਮ ਆਦਮੀ ਪਾਰਟੀ ਨੂੰ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਅੰਮ੍ਰਿਤਪਾਲ ਸਿੰਘ ਵਾਲਾ ਇਸ਼ੂ ਹੋ ਗਿਆ, ਹੋਰ ਇਸ਼ੂ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਜਿਸ ਹਿਸਾਬ ਨਾਲ ਹੈਂਡਲ ਕਰਨ ਦੀ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਕੀਤੀ, ਉਹਦੇ ਨਾਲ ਜਿਹੜਾ ਰੂਰਲ ਪੰਥਕ ਵੋਟਰ ਹੈਗਾ ਉਹ ਨਾਰਾਜ਼ ਹੋਇਆ ਇਹਨਾਂ ਤੋਂ ਦੁਬਾਰੇ ਤੋਂ। ਤੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਘੱਟੋ ਘੱਟ ਜਿਹੜਾ ਸ਼ਹਿਰੀ ਵੋਟਰ ਹੈ ਉਹਨੂੰ ਸਾਂਭ ਲਿੱਤਾ ਜਾਵੇ। ਤੇ ਮੰਡੀਆਂ 'ਚ ਜਿਹੜਾ ਬੈਠਾ ਹੈਗਾ ਜਾਂ ਸ਼ਹਿਰਾਂ 'ਚ ਜਿਹੜਾ ਬੈਠਾ ਹੈਗਾ, ਤੇ ਡੁਬਕੀ ਵੀ ਸ਼ਾਇਦ ਉਹਨਾਂ ਵਾਸਤੇ ਲਾਈ ਜਾ ਰਹੀ ਹੈ, ਆਪਣੇ ਆਪ ਨੂੰ ਜੀ ਹਿੰਦੂ ਪਾਰਟੀ ਪ੍ਰੂਵ ਕਰਨ ਵਾਸਤੇ ਮੈਂ ਕਹਿ ਸਕਦਾ ਗਾ। ਤੇ ਜੀ ਕੁਲਤਾਰ ਸੰਧਵਾ, ਮੀਤ ਹੇਅਰ ਸਾਹਿਬ, ਅਮਨ ਅਰੋੜਾ ਨੂੰ ਹਿੰਦੂ ਫੇਸ ਕਰਕੇ ਹੀ ਅਗਲੇ ਪ੍ਰੋਜੈਕਟ ਵੀ ਕਰੇ ਨੇ। ਇਸੇ ਕਰਕੇ ਹੀ ਉਹਨਾਂ ਨੇ ਉਹਨੂੰ ਸਟੇਟ ਪ੍ਰਧਾਨ ਲਾਇਆਗਾ, ਬਣਾਇਆਗਾ। ਤੇ ਇਹ ਹੀ ਮੋਟਾ ਹੈਗਾ। ਮੈਨੂੰ ਤਾਂ ਲੱਗਦਾ ਕਿ ਉਹ ਡੁਬਕੀ ਨੂੰ ਪੋਲੀਟੀਕਲੀ ਦੇਖਣਾ ਚਾਹੀਦਾ। ਆਪਣੇ ਇੰਸਟਾਗ੍ਰਾਮ, ਆਪਣੇ ਟਵਿੱਟਰ ਅਕਾਊਂਟ ਤੇ ਉਹਨਾਂ ਨੇ ਸ਼ੇਅਰ ਕੀਤਾ ਹੈਗਾ, ਉਹਨੂੰ ਉਸ ਐਂਗਲ ਤੋਂ ਨਾ ਦੇਖੋ ਕਿ ਉਹਨਾਂ ਨੇ ਡੁਬਕੀ ਕੋਈ ਉੱਥੇ ਮੋਕਸ਼ ਪ੍ਰਾਪਤ ਕਰਨ ਵਾਸਤੇ, ਆਪਣੇ ਪਾਪ ਧੋਣ ਵਾਸਤੇ ਲਾਈ ਹੈਗੀ ਆ। ਉਹਦਾ ਪਾਪ ਉਹ ਵੀ ਕਈ ਰੱਖੇ ਨੇ, ਤੋਂ ਰਾਜਨੀਤਿਕ ਪਾਪ ਆਪਾਂ ਕਹਿ ਸਕਦੇ ਹੈਗੇ ਆ। ਜਿਸ ਹਿਸਾਬ ਨਾਲ ਉਹਨਾਂ ਨੇ ਪੰਜਾਬ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਕਈ ਗੁਨਾਹ ਉਹਨਾਂ ਤੋਂ ਰੱਖੇ ਨੇ, ਸ਼ਾਇਦ ਉਹਨਾਂ ਨੂੰ ਧੋਣ ਵਾਸਤੇ ਹੀ ਲਾਈ ਹੋ। ਪਰ ਪਾਣੀ ਸਾਫ਼ ਨਹੀਂ ਹੈ। ਤੇ ਮੈਨੂੰ ਲੱਗਦਾ ਕਿ ਸ਼ਾਇਦ ਜਿਹੜੇ ਖੁਜਲੀ ਦੀ ਬਿਮਾਰੀ ਹੈਗੀ ਆ, ਜਾਂ ਫਿਰ ਜੇ ਮੂੰਹ ਦੇ ਅੰਦਰ ਚਲਾ ਗਿਆ, ਜੇ ਉਹ ਯੋਗੀ ਹੁਣੀ ਕਹਿੰਦੇ ਸੀ ਆਮਚੂਨ ਕਰਨ ਵਾਸਤੇ ਵੀ ਪਰਫੈਕਟ ਹੈਗਾ। ਜੇ ਉਹਨਾਂ ਨੇ ਆਮਚੂਨ ਕਰ ਲਿਆ ਤਾਂ ਸ਼ਾਇਦ ਟਾਈਫਾਈਡ ਤੱਕ ਵੀ ਹੋ ਸਕਦਾ ਹੈਗਾ। ਔਰ ਬੈਕਟੀਰੀਅਲ ਜਿਹੜਾ ਇਨਫੈਕਸ਼ਨ ਹੁੰਦਾ ਹੈ ਪੇਟ 'ਚ, ਇੰਟੈਸਟਾਈਨ 'ਚ, ਆਂਤਾਂ 'ਚ ਜਿਹੜਾ ਇਨਫੈਕਸ਼ਨ ਹੁੰਦਾ ਉਹ ਵੀ ਹੋ ਸਕਦਾ। ਬੈਕਟੀਰੀਅਲ ਇਨਫੈਕਸ਼ਨ ਵੀ ਹੋ ਸਕਦਾ ਸਟਮਕ 'ਚ। ਤੇ ਜੀ ਖੈਰ ਮੈਨੂੰ ਲੱਗਦਾ ਕਿ ਡੁਬਕੀ ਲਾਈ ਹੋਊਗੀ, ਉਸ ਤੋਂ ਬਾਅਦ ਉਹਨਾਂ ਨੇ ਪਾਣੀ ਪੀਤਾ ਤਾਂ ਨਹੀਂ ਹੋਊਗਾ। ਇਹਨੇ ਤਾਂ ਸਿਆਣੇ ਨੇ, ਖਾਰਸ ਤਾਂ ਜੀ ਜੀ ਚੱਲ ਲੈਣਗੇ ਅਗਲੇ। ਜੀ, ਇਹ ਗੱਲ ਪੱਕੀ ਹੈ ਕਿ ਉਸ ਪਾਣੀ ਚੋਂ ਨਿਕਲ ਕੇ ਬਾਅਦ ਚੋਂ ਹੋਰ ਜਗ੍ਹਾ ਜਾ ਕੇ ਨਹਾਤੇ ਜ਼ਰੂਰ ਹੋਣਗੇ। ਬਹੁਤ ਸਾਰੀਆਂ ਗੱਲਾਂ ਨੇ ਇਸ ਦੇ ਵਿੱਚ, ਕਈ ਪਰਦੇ ਹੁੰਦੇ ਨੇ। ਪੋਲੀਟੀਕਲ ਤਰੀਕੇ ਦੇ ਨਾਲ ਤਸਵੀਰ ਖਿਚਾਉਣੀ ਕੁਝ ਹੋਰ ਹੁੰਦੀ ਹੈ, ਪਰ ਉਸਦਾ ਪਰਸਪੈਕਟਿਵ ਜਿਹੜਾ ਅਸਲੀ ਹੁੰਦਾ ਉਹ ਕੁਝ ਹੋਰ ਹੁੰਦਾ। ਕਈ ਪਰਦੇ ਹੁੰਦੇ ਨੇ, ਅਗਲਿਆਂ ਨੇ ਆਪਣੀ ਸਿਆਸਤ ਵੀ ਕਰਨੀ ਹੈ। ਪੂਨੀਆ ਜੀ, ਤੁਸੀਂ ਵੀ ਕਈ ਵਾਰੀ ਉਹਨਾਂ ਨੂੰ ਜ਼ਿਆਦਾ ਰਗੜ ਦਿੰਦੇ ਹੋ, ਐ ਨਾ ਕਰਿਆ ਕਰੋ। ਪਰ ਆਪਾਂ ਅਗਲੀ ਖਬਰ ਤੇ ਚੱਲੀਏ। ਸੋ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਮੀਟਿੰਗ ਹੋਈ ਹੈ ਸਟੇਟ ਪੱਧਰ ਦੀ, ਤੇ ਉਸ ਦੇ ਵਿੱਚ ਫੈਸਲਾ ਲਿਆ ਗਿਆ। ਮੈਂ ਫੈਸਲਾ ਬਸ ਲਿਆ ਗਿਆ ਜੀ ਗੁਰਪ੍ਰੀਤ ਇੱਕ ਖਬਰ, ਜੀ ਪਿਛਲੀ ਖਬਰ ਤੇ ਮੈਂ ਕਹਿਣਾ ਚਾਹਾਂਗਾ। ਕਮਾਲ ਜੀ ਖਾਨ ਸਾਹਿਬ ਹੁੰਦੇ ਸੀਗੇ ਐਨਡੀਟੀਵੀ 'ਚ, ਹੁਣ ਤਾਂ ਆਪਣੇ ਵਿਚਕਾਰ ਨਹੀਂ ਹੈਗੇ। ਉਹ 2 ਸਾਲ ਪਹਿਲਾਂ ਪੂਰੇ ਹੋ ਗਏ ਸੀਗੇ ਕਮਾਲ ਖਾਨ ਸਾਹਿਬ। ਜੀ ਤੇ ਕਮਾਲ ਜੀ ਖਾਨ ਸਾਹਿਬ
ਦਾ ਜਿਹੜਾ ਪਿਛੋਕੜ ਹੈਗਾ ਉਹ ਇਹ ਦਾ ਰਿਹਾ, ਇਹ ਦਿਆਲੇ ਏਰੀਆ ਦਾ ਰਿਹਾ ਹੈ। ਉਹਨਾਂ ਨੇ ਬਹੁਤ ਕਮਾਲ ਦੀ ਰਿਪੋਰਟਿੰਗ ਕੀਤੀ। ਉਹਨਾਂ ਦੀ ਮੈਨੂੰ ਇੱਕ ਰਿਪੋਰਟ ਜ਼ਰੂਰ ਯਾਦ ਆਉਂਦੀ ਹੈ। ਜੀ ਉਦੋਂ ਅਖਿਲੇਸ਼ ਯਾਦਵ ਉਹਨਾਂ ਦੀ ਸਰਕਾਰ ਸੀਗੀ ਤੇ ਠੀਕ ਹੈ ਜੀ। ਉਹ ਅਖਿਲੇਸ਼ ਯਾਦਵ ਦੇ ਐਮਐਲਏਜ਼ ਦਾ ਜਿਹੜੀ ਉੱਤਰ ਪ੍ਰਦੇਸ਼ ਦੀ ਬਿਊਰੋਕ੍ਰੇਸੀ ਸੀ ਉਹਨਾਂ ਨਾਲ ਕ੍ਰਿਕਟ ਦਾ ਮੈਚ ਰੱਖਿਆ ਗਿਆ ਤੇ ਅੱਛਾ ਉਸ ਜੀ ਚ ਜਿਹੜੇ ਅਫਸਰ ਸੀਗੇ ਉਹ ਜਾਣ ਬੁੱਝ ਕੇ ਹਾਰ ਰਹੇ ਸੀ ਉਸ ਮੈਚ ਨੂੰ ਤੇ ਜੀ ਉਹਦੇ ਚ ਉਹਨਾਂ ਨੇ ਕਮੈਂਟਰੀ ਕਰਦਿਆਂ ਬਹੁਤ ਆਰਾਮ ਨਾਲ ਅਫਸਰਾਂ ਨੂੰ ਤੇ ਸਰਕਾਰ ਦੀ ਆਲੋਚਨਾ ਕੀਤੀ ਸੀ। ਉਹ ਤੋਂ ਮੈਂ ਬਹੁਤ ਕੁਝ ਸਿੱਖਿਆ ਸੀਗਾ। ਉਹ ਤੋਂ ਮੈਨੂੰ ਲੱਗਿਆ ਸੀਗਾ ਕਿ ਜਿਹੜੇ ਇਹ ਆਪਣੇ ਤਸਵੀਰਾਂ ਖਿਚਾਉਣ ਵਾਸਤੇ ਵੀ ਜਿਹੜਾ ਜੋ ਕੁਝ ਕੰਮ ਕਰਦੇ ਨੇ ਉਹਨਾਂ ਤੇ ਵੀ ਆਪਾਂ ਨੂੰ ਪੱਤਰਕਾਰਾਂ ਨੂੰ ਵਿਅੰਗਾਤਮਕ ਮਤਲਬ ਸਟਾਇਰ ਕਾਮੇਡੀ ਵਾਲੇ ਫਾਰਮ 'ਚ ਇਹਨਾਂ ਤੇ ਕਮੈਂਟ ਕਰਦੇ ਰਹਿਣਾ ਚਾਹੀਦਾ ਤਾਂ ਕਿ ਇਹ ਕੋਈ ਸੈਕਰੇਡ ਆਈਡੈਂਟੀਟੀ ਨਹੀਂ ਹੈਗਾ, ਕੋਈ ਇਹ ਰੱਬ ਨਹੀਂ ਹੈਗਾ ਕਿ ਇਹਨਾਂ ਨੂੰ ਇਹਨਾਂ ਤੇ ਪਵਿੱਤਰ ਨਹੀਂ ਬਣਾਉਣਾ ਚਾਹੀਦਾ। ਇਹਨਾਂ ਤੇ ਚੁਟਕਲੇਬਾਜ਼ੀ ਪੱਤਰਕਾਰਾਂ ਨੂੰ ਕਰਦੇ ਰਹਿਣੀ ਚਾਹੀਦੀ। ਇਹ ਇਸ ਗੱਲ ਦਾ ਵੀ ਸਬੂਤ, ਇੱਕ ਤਾਂ ਲੋਕ ਵੀ ਹੱਸ ਲੈਂਦੇ ਨੇ, ਇੱਕ ਇਸ ਗੱਲ ਦਾ ਵੀ ਸਬੂਤ ਹੁੰਦਾ ਹੈ ਕਿ ਪੱਤਰਕਾਰ ਡਰਦੇ ਨਹੀਂ ਤੁਹਾਡੇ ਤੇ ਚੁਟਕਲੇਬਾਜ਼ੀ ਕਰਨ। ਜੀ ਜੀ ਇਹ ਤਾਂ ਹੈ, ਪਰ ਜੇਕਰ ਇਹ ਫਿਰਕੀ ਲੈ ਸਕਦੇ ਨੇ ਲੋਕਾਂ ਦੀ ਤਾਂ ਪੱਤਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਇਹਨਾਂ ਨੂੰ ਨੰਗੇ ਜ਼ਰੂਰ ਕਰਨ, ਕਿਉਂਕਿ ਜਦੋਂ ਇਹ ਸਮਾਜ 'ਚ ਨੰਗੇ ਹੋਣਗੇ ਫੇਰ ਹੀ ਤਾਂ ਅਸਲ ਤਸਵੀਰ ਆਊਗੀ ਨਾ ਸਾਹਮਣੇ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨੂੰ ਵੋਟ ਪਾਈ ਹੈ ਕਿ ਇਹ ਉਹਨਾਂ ਦੀ ਵੋਟ ਦਾ ਮੁੱਲ ਪਾ ਰਹੇ ਨੇ ਜਾਂ ਫਿਰ ਸਿਰਫ ਤੇ ਸਿਰਫ ਆਪਣੀ ਪਾਰਟੀ ਨੂੰ ਵੱਡਾ ਕਰਨ ਦੇ ਲਈ ਮਜ਼ੇ ਲੈ ਰਹੇ ਨੇ। ਪਰ ਅਗਲੀ ਖਬਰ 'ਚ ਚੱਲੀਏ ਤਾਂ ਉਗਰਾਹਾਂ ਜਥੇਬੰਦੀ ਦੀ ਮੀਟਿੰਗ ਹੋਈ ਹੈ ਜੀ ਸਟੇਟ ਪੱਧਰ ਦੀ, ਉਸ ਦੇ ਵਿੱਚ ਫੈਸਲੇ ਵੱਡੇ ਲੈ ਗਏ ਨੇ। ਇਹ ਵੱਡੇ ਫੈਸਲੇ ਕਿਹੜੇ ਲੈ ਗਏ ਨੇ ਇੱਥੇ ਜਰਾ ਚਾਨਣਾ ਪਾਓ। ਦੇਖੋ BKU ਉਗਰਾਹਾਂ 7 ਦਿਨ ਵਾਸਤੇ ਸੀਐਮ ਆਵਾਸ ਦਾ ਘਿਰਾਓ ਕਰਨ ਦੀ ਗੱਲ ਕਹਿ ਰਹੀ ਹੈ ਤੇ ਉਹਦੇ 'ਚ ਉਹਨਾਂ ਨੇ ਜਿਹੜਾ ਉਹ ਬਿੱਲ ਆਇਆ ਸੀਗਾ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਬੋਰਡ ਵਾਲਾ, ਉਹਨੂੰ ਉਹ ਮੇਨ ਮੁੱਦਾ ਬਣਾ ਰਹੇ ਨੇ। ਹਾਲਾਂਕਿ ਉਹ ਇਸ਼ੂ ਤਾਂ ਸੈਂਟਰ ਦਾ, ਪਰ ਪਤਾ ਨਹੀਂ ਕਿਉਂ ਉਹ ਪੰਜਾਬ ਦੇ ਸੀਐਮ ਦਾ ਰੈਜ਼ੀਡੈਂਸ ਘਿਰਾਓ ਕਰਨ ਦੀ ਗੱਲ ਕਰ ਰਹੇ ਨੇ। ਸ਼ਾਇਦ ਹੋਰ ਅੱਡ ਮੰਗਾਂ ਵੀ ਹੋਣਗੀਆਂ, ਸ਼ਾਇਦ ਜਿਹੜੇ ਪੰਜਾਬ ਦੀ ਫਸਲਾਂ ਦੀ MSP ਦੀ ਗੱਲ ਹੋਊਗੀ, ਕਿਉਂਕਿ ਜਿਹੜਾ ਖੇਤੀਬਾੜੀ ਹੈਗਾ ਉਹ ਸਬਜੈਕਟ ਇਸ਼ੂ ਵੀ ਹੈਗਾ ਤੇ ਜਿਹੜੀ ਉਹ ਐਗਰੀ ਮਾਰਕੀਟਿੰਗ ਜਿਹੜੀ ਪਾਲਿਸੀ ਆਈ ਸੀ, ਹਾਲਾਂਕਿ ਉਹ ਤਾਂ ਜਿਹੜਾ ਮਸੌਦਾ ਜਿਹੜਾ ਆਇਆ ਸੀਗਾ ਉਹ ਤਾਂ ਸੈਂਟਰ ਦਾ ਸੀਗਾ। ਸ਼ਾਇਦ ਮੈਨੂੰ ਲੱਗਦਾ ਕਿ ਉਹਦੇ ਤੇ SKM ਇੱਕ ਪੂਰਾ ਅੰਦੋਲਨ ਵਿੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਗਰਾਹਾਂ ਜਥੇਬੰਦੀ ਵੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਲੱਗਦਾਗਾ ਕਿ ਜੇ ਉਗਰਾਹਾਂ ਸਾਹਿਬ ਹੋ ਰਹੀ ਉਸ ਨੂੰ ਇਸ਼ੂ ਬਣਾ ਕੇ ਦਿੱਲੀ ਵੱਲ ਮੂੰਹ ਕਰਦੇ ਸ਼ਾਇਦ ਜ਼ਿਆਦਾ ਬਿਹਤਰ ਹੋਣਾ ਸੀਗਾ ਨਾ, ਜਾਂ ਫਿਰ ਜਿਹੜੇ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹਨਾਂ ਨਾਲ ਤਾਲਮੇਲ ਕਰਕੇ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਤਾਂ ਉਹ ਵੀ ਵਧੀਆ ਹੋ ਸਕਦਾ ਸੀਗਾ। ਪਰ ਖੈਰ ਉਹਨਾਂ ਦੀ ਜਥੇਬੰਦੀ ਦਾ ਫੈਸਲਾ ਹੈਗਾ। ਦੇਖਦੇ ਹਾਂ ਕਿ ਜਿਹੜਾ 5 ਮਾਰਚ ਨੇ 5 ਮਾਰਚ ਉਹਨਾਂ ਨੇ ਡੇਟ ਰੱਖੀ ਹੈਗੀ ਆ, 5 ਮਾਰਚ ਨੂੰ ਚੰਡੀਗੜ੍ਹ ਕੂਚ ਕਰਨਗੇ। ਦੇਖਦੇ ਹਾਂ ਕਿ ਕਿਵੇਂ ਕਰਦੇ ਨੇ, 7 ਦਿਨ ਕਿੱਥੇ ਡੇਰਾ ਲਾਣਗੇ, ਕੀ ਕਰਨਗੇ, ਉਹਦਾ ਉਹ ਅੱਗੇ ਜਦੋਂ ਉਹ ਕੂਚ ਕਰਨਗੇ ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਜੀ ਈਗੋ ਕਲੈਸ਼ ਬਹੁਤ ਵੱਡੇ ਪੱਧਰ ਦੇ ਉੱਪਰ ਕਿਸਾਨਾਂ 'ਚ ਚੱਲ ਰਿਹਾ ਹੈ। ਹਰੇਕ ਪਾਸੇ ਜਦੋਂ ਵੀ ਕਿਸੇ ਕਿਸਾਨ ਜਥੇਬੰਦੀ ਨੂੰ ਇਹ ਕਿਹਾ ਜਾਂਦਾ ਹੈ ਕਿ ਘੱਟੋ ਘੱਟ ਤੁਸੀਂ ਇਕੱਠੇ ਹੋ ਕੇ ਤਾਂ ਚੱਲੋ ਤਾਂ ਕਿ ਤੁਸੀਂ ਸੈਂਟਰ ਦੇ ਸਾਹਮਣੇ ਇੱਕ ਵੱਡੀ ਤਾਕਤ ਬਣ ਕੇ ਉੱਭਰ ਸਕੋ ਤੇ ਆਪਣੀਆਂ ਗੱਲਾਂ ਮਨਾਉਣ ਦੇ ਵਿੱਚ ਕਾਮਯਾਬ ਰਹੋ, ਤਾਂ ਵਿਚਾਲੇ ਸਿਰਫ ਤੇ ਸਿਰਫ ਕਿਸਾਨ ਆਗੂਆਂ ਦੀ ਈਗੋ ਆ ਜਾਂਦੀ ਹੈ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਮਨਦੀਪ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਖਬਰਾਂ ਦਾ ਵਿਸ਼ਲੇਸ਼ਣ ਕੀਤਾ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।